ਦੋਹਰਾ ਬੀਤੇ 5000 ਕਲ, ਤਬ ਲਗ ਸੰਖਿਆ ਜਾਨ। ਸੁਨ ਹੁਸ਼ਨਾਕ ਸਿੰਘ ਬਾਰਤਾ, ਬਿਦਤੈ ਸਕਲ ਜਹਾਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਬਰ ਛਤਰ ਤਖਤ ਦੇ ਮਾਲਕ, ਦਸਾਂ ਪਾਤਸ਼ਾਹੀਆਂ ਦੀ ਆਤਮਿਕ ਜਾਗਦੀ ਜੋਤ, ਹਾਜ਼ਰਾਂ ਹਜ਼ੂਰ ਜਹਰਾਂ ਜਹੂਰ, ਸਰਬ ਕਲਾ ਭਰਪੂਰ। ਬਾਣੀ ਗੁਰੂ ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ। ਗੁਰਬਾਣੀ ਕਹੈ ਸੇਵਕ ਜਨ ਮਾਨੈ, ਪ੍ਰਤੱਖ ਗੁਰੂ ਨਿਸਤਾਰੇ। ਜਗਤ ਗੁਰੂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਪਵਿੱਤਰ ਚਰਨ ਕਮਲਾਂ 'ਚ ਜੁੜ ਬੈਠੇ ਗੁਰੂ ਸਵਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ, ਧੰਨਤਾ ਦੇ ਪਾਤਰ ਹੋ। ਨਿਤਾ ਪ੍ਰਤੀ ਗੁਰੂ ਚਰਨਾਂ 'ਚ ਜੁੜ ਕੇ, ਸਤਿਗੁਰਾਂ ਦੇ ਚਰਨਾਂ ਵਿੱਚ ਹਾਜ਼ਰੀਆਂ ਭਰ ਕੇ, ਆਪਣੇ ਜੀਵਨ ਦੀਆਂ ਘੜੀਆਂ ਸਵਾਸ ਗੁਰੂ ਲੇਖੇ ਲਾਉਂਦਿਆਂ ਸਫਲਾ ਔਰ ਸਕਾਰਥਾ ਕਰਦੇ। ਲੜੀਵਾਰ ਗੁਰੂ ਕਲਗੀਧਰ ਜੀ ਦੇ ਇਤਿਹਾਸ ਦੀ ਪਵਿੱਤਰ ਅੰਮ੍ਰਿਤ ਕਥਾ ਆਪ ਜੀ ਸਰਵਣ ਕਰ ਰਹੇ ਹੋ। ਕਲਗੀਆਂ ਵਾਲੇ ਚੋਜੀ ਪ੍ਰੀਤਮ ਪਾਤਸ਼ਾਹ ਜੀ ਮਹਾਰਾਜ ਸਿੱਖਾਂ ਦੀ ਬੇਨਤੀ ਕਰਨ ਤੇ ਮਹਾਰਾਜ ਜੀ ਨੇ ਪਾਹੁਲ ਭੇਦ ਦੱਸਿਆ ਹੈ। ਆਪਣੇ ਪੂਰਬਲੇ ਜਨਮ ਦੇ ਬਾਰੇ ਕਿ ਕੈਸੇ ਦੁਸ਼ਟ ਦਮਨ ਦੇ ਰੂਪ ਦੇ ਵਿੱਚ ਮਹਾਰਾਜ ਜੀ ਨੇ ਹੇਮਕੁੰਡ ਸਾਹਿਬ ਪਰਬਤ ਤੇ ਭਾਰੀ ਤਪੱਸਿਆ ਕੀਤੀ ਹੈ, ਉਸ ਦਾ ਜ਼ਿਕਰ, ਉਸ ਦੀ ਕਥਾ ਮਹਾਰਾਜ ਕਲਗੀਧਰ ਜੀ ਨੇ ਸਰਵਣ ਕਰਵਾਈ। ਕਲਗੀਆਂ ਵਾਲੇ ਚੋਜੀ ਪ੍ਰੀਤਮ ਪਾਤਸ਼ਾਹ ਜੀ ਮਹਾਰਾਜ ਜੀ ਦੇ ਜਿਹੜੇ ਇਤਿਹਾਸਕ ਵਾਕ, ਇਹ ਇਤਿਹਾਸਕ ਕਥਾਵਾਂ ਆਪ ਜੀ ਸਰਵਣ ਕਰ ਰਹੇ ਹੋ, ਇਹ 100 ਸਾਖੀ ਵਿੱਚੋਂ ਭਾਈ ਸੰਤੋਖ ਸਿੰਘ ਜੀ ਨੇ ਲਏ ਹਨ। 100 ਸਾਖੀ ਸਿੱਖ ਇਤਿਹਾਸ ਦੀ ਇੱਕ ਐਸੀ ਗਹਿਰੀ ਪੁਸਤਕ ਹੈ ਜਿਸ ਵਿੱਚ ਬਹੁਤ ਸਾਰੇ ਬਚਨ ਐਸੇ ਨੇ ਜੋ ਸਾਡੀ ਸਮਝ ਵਿੱਚ ਨਹੀਂ ਆਉਂਦੇ। ਭਾਈ ਸੰਤੋਖ ਸਿੰਘ ਜੀ ਨੇ ਵੀ ਇਨ ਬਿਨ ਉਸੇ ਤਰ੍ਹਾਂ 100 ਸਾਖੀ ਦੀਆਂ ਉਹ ਸਾਖੀਆਂ ਗੁਰ ਪ੍ਰਤਾਪ ਦੇ ਵਿੱਚ ਅੱਖਰ ਵੀ ਹੂਬਹੂ ਰੱਖ ਕੇ ਦਰਜ ਕੀਤੇ ਹਨ। ਕਲਗੀਧਰ ਪਾਤਸ਼ਾਹ ਜੀ ਮਹਾਰਾਜ ਸਿੱਖਾਂ ਨਾਲ ਬਚਨ ਬਿਲਾਸ ਕਰ ਰਹੇ ਨੇ। ਸਤਲੁਜ ਦਰਿਆ ਦੇ ਕੰਢੇ ਤੇ ਬੈਠੇ ਨੇ। ਹੁਸ਼ਨਾਕ ਸਿੰਘ ਮਹਾਰਾਜ ਜੀ ਦਾ ਚਬਰ ਬਰਦਾਰ ਹੈ, ਸਤਿਗੁਰੂ ਜੀ ਦੇ ਸੀਸ ਤੇ ਚਬਰ ਝੁਲਾ ਰਿਹਾ ਹੈ। ਸਾਰੇ ਸਿੰਘ ਮਹਾਰਾਜ ਜੀ ਦੇ ਕੋਲ ਨੇ। ਗੁਰਦੇਵ ਨੇ ਭਵਿੱਖਤ ਵਾਕ ਪੰਥ ਨੂੰ ਸਰਵਣ ਕਰਾਏ ਨੇ, ਕਿਉਂਕਿ ਮੇਰੇ ਪਾਤਸ਼ਾਹ ਤ੍ਰੈਕਾਲਦਰਸ਼ੀ ਨੇ ਬੀਤ ਚੁੱਕੇ ਸਮੇਂ 'ਚ ਕੀ ਹੋਇਆ ਇਹ ਵੀ ਜਾਣਦੇ ਨੇ, ਆਉਣ ਵਾਲੇ ਸਮੇਂ 'ਚ ਕੀ ਹੋਣਾ ਇਹ ਵੀ ਜਾਣਦੇ ਨੇ। ਭੂਤ ਕਾਲ, ਵਰਤਮਾਨ ਕਾਲ ਔਰ ਭਵਿੱਖ ਦੇ ਸਤਿਗੁਰੂ ਕਲਗੀਧਰ ਜੀ ਗਿਆਤਾ ਨੇ, ਤ੍ਰੈਕਾਲਦਰਸ਼ੀ ਨੇ। ਤੋ ਆਉਣ ਵਾਲੇ ਸਮੇਂ 'ਚ ਜੋ ਵਰਤਣਾ ਉਹ ਭਵਿੱਖਤ ਬਚਨ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਉਚਾਰਨ ਕੀਤੇ ਨੇ। 100 ਸਾਖੀ ਵਿੱਚ ਐਸੇ ਭਵਿੱਖਤ ਬਚਨ ਬਹੁਤ ਆਉਂਦੇ ਨੇ, ਜਿਨ੍ਹਾਂ ਭਵਿੱਖਤ ਬਚਨਾਂ ਦੇ ਅਨੁਸਾਰ ਬਹੁਤ ਸਾਰੀਆਂ ਘਟਨਾਵਾਂ ਘਟ ਚੁੱਕੀਆਂ ਹਨ। ਆਓ ਮਨ ਬਿਰਤੀਆਂ ਇਕਾਗਰ ਕਰੀਏ। ਕਲਗੀਧਰ ਪੰਥ ਦੇ ਵਾਲੀ ਦਸਮੇਸ਼ ਪਿਤਾ ਸਰਬੰਸ ਦਾਨੀ ਸਤਿਗੁਰੂ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਦੇ ਚਰਨ ਕਮਲਾਂ ਦਾ ਧਿਆਨ ਆਪਣੇ ਹਿਰਦੇ 'ਚ ਧਾਰਨ ਕਰੀਏ। ਆਪਣੇ ਜੀਵਨ ਔਰ ਰਸਨਾ ਦੇ ਕਲਿਆਣ ਨਿਮਿਤ ਸਮੂਹ ਮਾਈ ਭਾਈ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ
ਸਾਹਿਬ ਜੀ। ਦੋਹਰਾ ਬੀਤੇ 5000 ਕਲ, ਤਬ ਲਗ ਸੰਖਿਆ ਜਾਨ। ਕਲਗੀਧਰ ਜੀ ਭਵਿੱਖਤ ਬਚਨ ਸੁਣਾ ਰਹੇ ਨੇ ਭਾਈ ਹੁਸ਼ਨਾਕ ਸਿੰਘ ਨੂੰ। ਮਹਾਰਾਜ ਜੀ ਕਹਿੰਦੇ ਸੁਣੋ, ਜਦੋਂ ਕਲਯੁਗ ਦਾ 5000 ਵਰਾ ਜਦ ਬੀਤ ਜਾਏਗਾ, 5000 ਸਾਲ ਜਦੋਂ ਕਲਯੁਗ ਦਾ ਸਮਾਂ ਬੀਤੇਗਾ, ਇਹ ਗਿਣਤੀ ਜਾਣ ਲਵੋ ਤਦ ਤੱਕ। ਸੁਨ ਹੁਸ਼ਨਾਕ ਸਿੰਘ ਬਾਰਤਾ, ਬਿਦਤੈ ਸਕਲ ਜਹਾਨ। ਜੋ ਪ੍ਰਗਟ ਹੋਣੀ ਆ ਉਸ ਵੇਲੇ ਸਾਰੇ ਜਹਾਨ ਵਿੱਚ, ਜਦੋਂ 5000 ਸਾਲ ਕਲਯੁਗ ਦਾ ਸਮਾਂ ਬੀਤੇਗਾ, ਉਸ ਵੇਲੇ ਜੋ ਸਾਰੇ ਜਹਾਨ ਵਿੱਚ ਪ੍ਰਗਟ ਹੋਣਾ, ਸਾਰੇ ਸੰਸਾਰ ਵਿੱਚ ਪ੍ਰਗਟ ਹੋਣਾ। ਹੇ ਹੁਸ਼ਨਾਕ ਸਿੰਘ, ਉਹ ਅਸੀਂ ਤੈਨੂੰ ਸੁਣਾਉਂਦੇ ਹਾਂ, ਧਿਆਨ ਨਾਲ ਸੁਣ। ਕੀ ਵਰਤਾਰਾ ਉਦੋਂ ਵਰਤਣਾ, ਕੀ ਉਸ ਵੇਲੇ ਹੋਣਾ, ਉਹ ਸੁਣ। ਨਿਸ਼ਾਨੀ ਚੰਦ ਇਤਨੇ ਬਿਕੇ ਸੁਭਾਉ ਮ੍ਰਿਦੁਲ, ਪਿਕ ਕਰ ਸਭ ਆਏ। ਕਲਗੀਧਰ ਪਾਤਸ਼ਾਹ ਜੀ ਸਤਲੁਜ ਦਰਿਆ ਦੇ ਕਿਨਾਰੇ ਬੈਠੇ ਨੇ। ਕੁਝ ਸਮਾਂ ਪਹਿਲਾਂ ਮਹਾਰਾਜ ਸੱਚੇ ਪਾਤਸ਼ਾਹ ਜੀ ਇੱਕਦਮ ਬੀਰ ਰਸ ਵਿੱਚ ਆਏ ਤੇ ਕਿਹਾ, ਨਾ ਸੋਇਆ ਨਾ ਜਾਗਿਆ ਨਾ ਕਰੀ ਪੁਕਾਰਾ। ਗੁਰਦੇਵ ਦਾ ਉਸ ਵੇਲੇ ਬੀਰ ਰਸੀ ਸੁਭਾਅ ਵੇਖ ਕੇ ਸਿੰਘ ਸਾਰੇ ਪਿੱਛੇ ਚਲੇ ਗਏ, ਕੱਲੇ ਭਾਈ ਹੁਸ਼ਨਾਕ ਸਿੰਘ ਹੀ ਰਹਿ ਗਏ ਚਬਰ ਚਲਾਉਂਦੇ। ਮਹਾਰਾਜ ਜੀ ਜਦੋਂ ਮਿਰਦਲ ਸੁਭਾਅ ਵਿੱਚ ਆਏ, ਕੋਮਲ ਸੁਭਾਅ ਵਿੱਚ ਆਏ, ਤਾਂ ਉਸ ਵਕਤ ਇਹ ਸਾਰੇ ਸਿੰਘ ਮਹਾਰਾਜ ਜੀ ਦੇ ਕੋਲ ਚੱਲ ਕੇ ਆਏ ਹਨ। ਸੁਨੇ ਜਥਾ ਸਤਿਗੁਰ ਕੈ ਸਗਰੇ ਬਿਸਮਾਏ। ਸਾਰੇ ਸਿੰਘ ਬੜੇ ਸਤਿਕਾਰ ਨਾਲ ਮਹਾਰਾਜ ਜੀ ਦੇ ਬਚਨ ਸੁਣ ਰਹੇ ਨੇ, ਜਿਵੇਂ ਕਲਗੀਧਰ ਜੀ ਸੁਣਾ ਰਹੇ ਨੇ, ਜਿਵੇਂ ਸਤਿਗੁਰੂ ਜੀ ਸੁਣਾਉਂਦੇ ਨੇ, ਤਿਵੇਂ ਸਾਰੇ ਸਿੰਘ ਬੜੇ ਪਿਆਰ ਤੇ ਸਤਿਕਾਰ ਨਾਲ ਬਚਨ ਸੁਣ ਰਹੇ ਹਨ। ਨਾਲੇ ਹੈਰਾਨ ਹੁੰਦੇ ਨੇ ਸਤਿਗੁਰੂ ਜੀ ਦੇ ਬਚਨ ਸੁਣ ਕੇ। ਮਹਾਰਾਜ ਕਿਮ ਹੋਏ ਹੈ ਜਬ ਆਏ ਫਿਰੰਗੀ। ਮਹਾਰਾਜ ਜੀ ਨੇ ਆਖਿਆ, ਫਿਰੰਗੀ ਆਉਣਗੇ ਦੇਸ਼ ਵਿੱਚ, ਪੰਜਾਬ ਵਿੱਚ ਵੀ ਫਿਰੰਗੀਆਂ ਦਾ ਰਾਜ ਹੋਵੇਗਾ। ਉਸ ਵੇਲੇ ਸਿੰਘਾਂ ਨੇ ਬੇਨਤੀ ਕੀਤੀ, ਮਹਾਰਾਜ ਜਦੋਂ ਫਿਰੰਗੀ ਇਸ ਦੇਸ਼ ਵਿੱਚ ਆਉਣਗੇ, ਉਸ ਵੇਲੇ ਕੀ ਹਵਾਲ ਹੋਵੇਗਾ। ਮਹਾਰਾਜ ਕਿਮ ਹੋਏ ਹੈ ਜਬ ਆਏ ਫਿਰੰਗੀ, ਜਦੋਂ ਫਿਰੰਗੀ ਆਉਣਗੇ ਹਿੰਦੁਸਤਾਨ 'ਚ, ਇੱਥੇ ਪੰਜਾਬ ਦੇ ਵਿੱਚ ਜਦੋਂ ਫਿਰੰਗੀ ਚੱਲ ਕੇ ਆਉਣਗੇ, ਉਸ ਵੇਲੇ ਮਹਾਰਾਜ ਜੀ ਕੀ ਵਰਤਾਰਾ ਵਰਤੇਗਾ। ਪੰਥ ਤੁਮਾਰਾ ਖਾਲਸਾ ਕਿਮ ਹੋਏ ਸੁਖ ਸੰਗੀ। ਉਸ ਵੇਲੇ ਆਪ ਜੀ ਦਾ ਖਾਲਸਾ ਪੰਥ ਕਿਵੇਂ ਵਰਤੇਗਾ, ਸੁਖ ਨਾਲ ਰਹੇਗਾ। ਕਿਸ ਤਰ੍ਹਾਂ ਦਾ ਵਰਤਾਰਾ ਆਪ ਜੀ ਦੇ ਪੰਥ ਦਾ ਹੋਵੇਗਾ ਜਦੋਂ ਫਿਰੰਗੀ ਪੰਜਾਬ ਦੀ ਧਰਤੀ ਤੇ ਫਿਰੰਗੀ ਮਤਲਬ ਗੌਰੇ ਅੰਗਰੇਜ਼ ਜਦੋਂ ਹਿੰਦੁਸਤਾਨ ਵਿੱਚ ਕਾਬਜ ਹੁੰਦੇ ਨੇ। ਇਹ ਆ ਤਾਂ ਕਾਫੀ ਸਮਾਂ ਪਹਿਲਾਂ ਗਏ ਸਨ, ਹੌਲੇ ਹੌਲੇ ਕਰਕੇ ਦੇਸ਼ ਦੇ ਵਿੱਚ ਕਾਬਜ ਹੋਏ ਨੇ। 6ਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਸਮੇਂ ਇਹਨਾਂ ਦੀ ਆਮਦ ਹੋ ਚੁੱਕੀ ਸੀ। ਈਸਟ ਇੰਡੀਆ ਕੰਪਨੀ ਆਈ ਸੀ ਪਹਿਲੋਂ, ਹੌਲੇ ਹੌਲੇ ਕਰਕੇ ਪੂਰੇ ਦੇਸ਼ ਨੂੰ ਇਹਨਾਂ ਨੇ ਗੁਲਾਮ ਕੀਤਾ। ਪੰਜਾਬ ਦੀ ਧਰਤੀ ਤੇ ਵੀ ਇਹ ਕਾਬਜ ਹੋਏ। ਕਲਗੀਧਰ ਜੀ ਦੇ ਨਾਲ ਵਾਰਤਾਲਾਪ ਚੱਲ ਰਹੀ ਹੈ ਭਵਿੱਖਤ ਬਚਨਾਂ ਦੀ। ਜਦੋਂ ਸਾਹਿਬ ਨੇ ਆਖਿਆ ਨਾ ਵੀ ਪੰਜਾਬ 'ਚ ਵੀ ਇਹ ਫਿਰੰਗੀ ਆਉਣਗੇ, ਫਿਰੰਗੀ ਦਾ ਮਤਲਬ ਜਿਹੜੇ ਫਿਰ ਕਰਕੇ ਆਏ ਹੋਣ ਉਹਨਾਂ ਨੂੰ ਫਿਰੰਗੀ ਕਹਿ ਦਿੰਦੇ ਹਨ। ਆਲੇ ਦੁਆਲਿਓਂ ਫਿਰ ਕੇ ਜਿਹੜੇ ਆਏ ਹੋਣ ਉਹ ਫਿਰੰਗੀ ਨੇ। ਵੈਸੇ ਫਰਾਂਸ ਦੇ ਜਿਹੜੇ ਫਰਾਂਸੀਸੀ ਨੇ ਉਹ ਵੀ ਆਪਣੇ ਆਪ ਨੂੰ ਫਿਰੰਗੀ ਕਹਾਉਂਦੇ ਹਨ। ਮਹਾਰਾਜ ਜੀ ਜਦੋਂ ਇਹ ਆਉਣਗੇ, ਉਸ ਵੇਲੇ ਆਪ ਜੀ ਦਾ ਪੰਥ ਖਾਲਸਾ ਕਿਵੇਂ ਵਰਤੇਗਾ, ਆਪ ਜੀ ਦੇ ਪੰਥ ਖਾਲਸੇ ਦੇ ਉੱਤੇ ਕੀ ਵਰਤਾਰਾ ਵਰਤੇਗਾ, ਸੁਖ ਸੰਗੀ ਕਿਵੇਂ ਹੋਵੇਗਾ, ਸੁਖ ਸਹਿਤ ਹੋਣਗੇ, ਕਿਵੇਂ ਹੋਣਗੇ ਆਪ ਜੀ ਦੇ ਪੰਥ ਦੇ ਸਿੰਘ। ਕਿਮ ਇਨ ਠਹਿਰੇ ਰਾਜ ਤਬ ਜਬ ਤਿੰਨ ਦਲ ਆਵੇ। ਮਹਾਰਾਜ ਜਦੋਂ ਇਹ ਫਿਰੰਗੀ ਆਉਣਗੇ, ਉਦੋਂ ਆਪ ਜੀ ਦੇ ਖਾਲਸੇ ਦਾ ਰਾਜ ਕਿਵੇਂ ਠਹਿਰੇਗਾ, ਆਪ ਜੀ ਦੇ ਖਾਲਸੇ ਦਾ ਰਾਜ ਪ੍ਰਤਾਪ ਕਿਵੇਂ ਬਹਾਲ ਰਹੇਗਾ
ਜਦੋਂ ਇਹ ਫਿਰੰਗੀ ਚੱਲ ਕੇ ਆਉਣਗੇ। ਕੈਸੇ ਹੋਏ ਬਿਰਤੰਤ ਸਭ ਸੁਨ ਗੁਰੂ ਬਤਾਵੇਂ। ਉਸ ਵੇਲੇ ਦਾ ਕੀ ਬਿਰਤਾਂਤ ਹੋਵੇਗਾ, ਆਉਣ ਵਾਲੇ ਸਮੇਂ 'ਚ ਕੀ ਵਰਤੇਗਾ, ਸਿੰਘਾਂ ਦੀ ਬੇਨਤੀ ਸੁਣ ਕੇ ਕਲਗੀਧਰ ਪਾਤਸ਼ਾਹ ਜੀ ਦੱਸਣ ਲੱਗੇ। ਜਦੋਂ ਸਿੰਘਾਂ ਨੇ ਪੁੱਛਿਆ, ਫਿਰ 10ਵੇਂ ਪਾਤਸ਼ਾਹ ਜੀ ਮਹਾਰਾਜ ਜੋ ਆਉਣ ਵਾਲੇ ਸਮੇਂ ਬਾਰੇ ਜਾਣਦੇ ਨੇ, ਗੁਰਦੇਵ ਜੀ ਬੋਲੇ, ਸਿੰਘਾਂ ਨੂੰ ਬਚਨ ਸੁਣਾ ਕੇ ਕਹਿਣ ਲੱਗੇ, ਮੌਨ ਫਿਰੰਗੀ ਆਏ ਐ ਦਲ ਜੋਰ ਕਨੇਰੇ। ਮਹਾਰਾਜ ਜੀ ਕਹਿੰਦੇ ਮੋਨੇ ਫਿਰੰਗੀ ਆਉਣਗੇ। ਮੌਨ ਦਾ ਮਤਲਬ ਸਿਰ ਤੋਂ ਕੋਨੇ ਮੋਨੇ ਹੋਣਗੇ, ਜਿਹੜੇ ਫਿਰੰਗੀ ਅੰਗਰੇਜ਼ ਆਉਣਗੇ। ਇਹ ਮੋਨੇ ਫਿਰੰਗੀ ਆਉਣਗੇ, ਬੜਾ ਵੱਡਾ ਦਲ, ਬੜੀ ਵੱਡੀ ਫੌਜ ਜੋੜ ਕੇ ਲੈ ਕੇ ਆਉਣਗੇ ਹਿੰਦੁਸਤਾਨ ਵਿੱਚੋਂ। ਸਿੰਘ ਗੋਰਿੰਡ ਸੋ ਸੈਨ ਬਲ ਹੋਏ ਹੈ ਬਹੁ ਤੇਰੇ। ਇੱਧਰ ਪੰਜਾਬ ਦੇ ਵਿੱਚ ਸਤਿਗੁਰੂ ਜੀ ਦੇ ਘਰ ਦੇ ਖਾਲਸੇ ਦੇ ਜਿਹੜੇ ਗੁਰੂ ਦੇ, ਗੁਰਿੰਡ ਦਾ ਮਤਲਬ ਹੈ ਗੁਰੂ ਦੇ ਜਿਹੜੇ ਸਿੰਘ ਨੇ, ਉਹਨਾਂ ਦੀ ਸੈਨਾ ਦਾ ਬੜਾ ਵੱਡਾ ਭਾਰੀ ਬਲ ਹੋਵੇਗਾ। ਔਰ ਇਹ ਵਾਕਈ ਸੱਚ ਸੀ। ਇਹ ਕਲਗੀਧਰ ਜੀ ਇਹ ਬਚਨ ਪਹਿਲਾਂ ਹੀ ਕਰ ਰਹੇ ਨੇ, ਜਦੋਂ ਆਉਣ ਵਾਲੇ ਸਮੇਂ 'ਚ ਵਰਤਾਰਾ ਵਰਤਣਾ, ਜੋ 150 ਸਾਲ ਬਾਅਦ ਤਕਰੀਬਨ ਜਾ ਕੇ ਵਰਤਾਰਾ ਵਰਤਣਾ, ਉਹ ਮਹਾਰਾਜ ਜੀ ਦੱਸ ਰਹੇ ਨੇ। ਕਲਗੀਆਂ ਵਾਲੇ ਪਾਤਸ਼ਾਹ ਜੀ ਮਹਾਰਾਜ ਜੀ ਕਹਿੰਦੇ ਗੁਰੂ ਕੇ ਜਿਹੜੇ ਸਿੰਘ ਨੇ ਉਹ ਬੜੇ ਬਲਵਾਨ ਹੋਣਗੇ, ਉਹਨਾਂ ਦੀ ਸੈਨਾ ਬੜੀ ਬਲ ਵਾਲੀ ਹੋਵੇਗੀ। ਪੂਰੇ ਹਿੰਦੁਸਤਾਨ ਤੇ ਅੰਗਰੇਜ਼ ਕਬਜ਼ਾ ਕਰਦੇ ਕਰਦੇ ਪੰਜਾਬ ਵੱਲ ਵਧਣਗੇ, ਪਰ ਵੇਖਣਗੇ ਵੀ ਪੰਜਾਬ ਦੇ ਵਿੱਚ ਸਿੰਘਾਂ ਦਾ ਬੜਾ ਭਾਰੀ ਬਲ ਹੈ। ਉਹ ਹਿੰਦੁਸਤਾਨ ਦੀਆਂ ਹੀ ਬਹੁਤ ਸਾਰੀਆਂ ਫੌਜਾਂ ਨੂੰ ਇਕੱਠਿਆਂ ਕਰਕੇ ਪੰਜਾਬ ਤੇ ਹਮਲਾ ਕਰਨਗੇ। ਮਹਿ ਪਾਲਕ ਦੋਏ ਦਿਸ਼ਨ ਕੇ ਮਿਲ ਹੈ ਤਿਸ ਬਾਰੀ। ਦੋਹਾਂ ਪਾਸਿਆਂ ਦੇ ਜਿਹੜੇ ਰਾਜੇ ਹੋਣਗੇ, ਉਹਨਾਂ ਦਾ ਇੱਕ ਵਾਰ ਮੇਲ ਹੋਵੇਗਾ। ਹੋਵੇ ਬਖੀਰਾ ਪਰਸ ਪਰ ਐਸੀ ਇਛਤਾਰੀ। ਔਰ ਫਿਰ ਹੌਲੇ ਹੌਲੇ ਕਰਕੇ ਆਪਸ ਵਿੱਚ ਇਹਨਾਂ ਦਾ ਪਰਸਪਰ ਬਖੇੜਾ ਹੋਵੇਗਾ, ਔਰ ਆਪਸ ਵਿੱਚ ਵਿਵਾਦ ਵਧੇਗਾ, ਝਗੜਾ ਹੋਵੇਗਾ। ਕਬੂ ਸੋ ਬਲ ਮਮ ਖਾਲਸਾ ਹੋਵੇ ਨਿਬਲ ਫਿਰੰਗੀ। ਕਦੇ ਮੇਰਾ ਖਾਲਸਾ ਸਬਲ ਹੋ ਕੇ ਫਿਰੰਗੀਆਂ ਤੇ ਭਾਰੂ ਪਵੇਗਾ, ਔਰ ਕਦੇ ਇਹ ਫਿਰੰਗੀ ਜਿਹੜੇ ਨੇ ਇਹ ਨਿਰਬਲ ਤੇ ਕਮਜ਼ੋਰ ਹੋਣਗੇ ਖਾਲਸੇ ਅੱਗੇ। ਕਬੂ ਨਿਬਲ ਮਮ ਪੰਥ ਹੋਏ ਸੇ ਸੋ ਬਲ ਕੁਟੰਗੀ। ਔਰ ਕਦੇ ਮੇਰਾ ਖਾਲਸਾ ਇਹਨਾਂ ਫਿਰੰਗੀਆਂ ਅੱਗੇ ਨਿਰਬਲ ਹੋਵੇਗਾ, ਔਰ ਇਹ ਜਿਹੜੇ ਫਿਰੰਗੀ ਨੇ ਕੋਝੇ ਢੰਗ ਦੇ ਨਾਲ, ਕਿਉਂਕਿ ਇਹਨਾਂ ਨੇ ਕੋਝੇ ਢੰਗ ਦੇ ਨਾਲ ਬਹੁਤ ਸਾਰੇ ਜਿਹੜੇ ਪਹਾੜਾ ਸਿੰਘ ਵਰਗੇ, ਗੁਲਾਬ ਸਿੰਘ ਵਰਗੇ, ਧਿਆਨ ਸਿੰਘ ਡੋਗਰੇ ਵਰਗੇ, ਹੀਰਾ ਸਿੰਘ ਵਰਗੇ, ਜਿਹੜੇ ਸਿੱਖਾਂ ਦੇ ਭੇਖ ਦੇ ਵਿੱਚ ਹੀ ਛੁਪੇ ਹੋਏ ਸਨ, ਉਹਨਾਂ ਨੂੰ ਆਪਣੇ ਨਾਲ ਰਲਾ ਕੇ ਖਾਲਸੇ ਨੂੰ ਨਿਰਬਲ ਕਰਨਗੇ। ਕੋਝੇ ਢੰਗ ਦੇ ਨਾਲੇ ਬਲੀ ਹੋਣਗੇ। ਚੋਪਈ ਰਹੇ ਖਾਲਸਾ ਜਬ ਲਗ ਨਿਆਰੋ। ਪਾਤਸ਼ਾਹ ਕਹਿੰਦੇ ਮੇਰਾ ਖਾਲਸਾ ਜਦੋਂ ਤੱਕ ਨਿਆਰਾ ਰਹੇਗਾ, ਮੇਰੇ ਖਾਲਸੇ ਦੀ ਰੀਤ, ਖਾਲਸੇ ਦੀ ਰਹੁ ਰਹਿਣੀ ਜਦੋਂ ਤੱਕ ਨਿਆਰੀ ਹੋਵੇਗੀ, ਮੇਰਾ ਖਾਲਸਾ ਨਿਆਰਾ ਰਹੇਗਾ। ਤਬ ਲਗ ਤੇਜ ਦਿਓ ਮੋ ਸਾਰੋ। ਉਦੋਂ ਤੱਕ ਮੈਂ ਆਪਣੇ ਖਾਲਸੇ ਨੂੰ ਸਮੁੱਚਾ ਬਲ, ਸਮੁੱਚਾ ਜ਼ੋਰ ਆਪਣੇ ਖਾਲਸੇ ਪੰਥ ਨੂੰ ਦੇਵਾਂਗਾ। ਜਦੋਂ ਤੱਕ ਮੇਰਾ ਖਾਲਸਾ ਨਿਆਰਾ ਰਹੇਗਾ, ਉਦੋਂ ਤੱਕ ਮੈਂ ਆਪਣਾ ਤੇਜ ਆਪਣੇ ਖਾਲਸੇ ਵਿੱਚ ਵਰਤਾਵਾਂਗਾ। ਜਾਵੇ ਗਹਿ ਵਿਪਰਨ ਕੀ ਰੀਤ, ਮੈਂ ਨਾ ਕਰੋ ਇਨ ਕੀ ਪ੍ਰਤੀਤ। ਜਦੋਂ ਇਹ ਵਿਪਰਵਾਦੀ ਬਿਰਤੀ ਨੂੰ ਧਾਰਨ ਕਰੇਗਾ, ਫਿਰ ਮੇਰੀ ਇਹਨਾਂ ਦੀ ਕੋਈ ਪ੍ਰਤੀਤ ਨਹੀਂ ਹੈ। ਜਦੋਂ ਤੱਕ ਇਹ ਨਿਆਰੇ ਹੋ ਕੇ ਰਹਿਣਗੇ, ਉਦੋਂ ਤੱਕ ਮੇਰਾ ਤੇਜ ਪ੍ਰਤਾਪ ਇਹਨਾਂ ਵਿੱਚ ਵਰਤੇਗਾ। ਬੰਦੇ ਜਾਏ ਮੋਹ ਕੀ ਫਾਸ। ਤੇ ਜਦੋਂ ਇਹ ਮੋਹ ਦੀਆਂ ਫਾਂਸੀਆਂ ਵਿੱਚ ਬੰਨੇ ਜਾਣਗੇ, ਮਮਤਾ ਵਸ ਹੋ ਜਾਣਗੇ। ਸੁਤ ਬਨਤਾ ਦਿਕ ਬਾਸੀ ਆਵਾਸ। ਪੁੱਤਰ ਘਰ ਵਾਲੀਆਂ ਦੇ ਸਹਿਤ ਸੁਖ ਰਹਿਣੇ ਹੋ ਜਾਣਗੇ, ਔਰ ਖਾਲਸੇ ਦੀ ਚੜ੍ਹਦੀ ਕਲਾ ਵਾਲੇ ਪਾਸੇ ਉਸਾਰੂ ਬਿਰਤੀ ਨਾਲ ਨਾ ਸੋਚਣਗੇ। ਗਊਨ ਹਾਕੇ ਰਿਸ਼ਵਤ ਲਈ। ਗਊਨ ਹਾਕਾਂ ਦਾ ਮਤਲਬ ਹੈ ਵੀ ਹਥਿਆਰ ਛੱਡ ਦੇਣਗੇ, ਸ਼ਸਤਰ ਛੱਡ ਕੇ ਪਸ਼ੂਆਂ ਨੂੰ ਚਾਰਨਾ,
ਰਿਸ਼ਵਤਖੋਰੀ ਦੀਆਂ ਬਿਰਤੀਆਂ ਜਦੋਂ ਇਹਨਾਂ ਵਿੱਚ ਚੱਲਣਗੀਆਂ, ਇਤਿਆਦਿਕ ਕਰਮਨ ਬਸ ਤੇਈ। ਜਦੋਂ ਇਦਾਂ ਦੇ ਭੈੜੇ ਕਰਮਾਂ ਦੇ ਵਿੱਚ ਇਹ ਪ੍ਰਵਿਰਤ ਹੋਣਗੇ, ਕਿਉਂਕਿ ਖਾਲਸਾ ਸਾਰਾ ਨਹੀਂ, ਇੱਥੇ ਸਾਰੇ ਦੀ ਗੱਲ ਨਹੀਂ ਹੋ ਰਹੀ, ਉਹਨਾਂ ਵਿੱਚੋਂ ਜਦੋਂ ਕੁਝ ਇਹੋ ਜਿਹੇ ਲੋਕ ਹੋਣਗੇ, ਧੀ ਭੈਣ ਕਾ ਪੈਸਾ ਖਾਵੇ, ਧੀ ਭੈਣ ਦਾ ਪੈਸਾ ਖਾਣ ਲੱਗ ਜਾਣਗੇ, ਬੈਠ ਦੁਲੀਚੇ ਨਿਆਉ ਕਮਾਵੇ, ਔਰ ਦੁਲੀਚੇ ਹੋ ਕਰਕੇ ਨਿਆਂ ਕਮਾਉਣਗੇ, ਇਨਸਾਫ ਕਰਨਗੇ, ਵਾਚੇ ਵੇਦ ਗਿਰਾ ਗੁਰ ਛੋੜੇ, ਔਰ ਬ੍ਰਾਹਮਣੀ ਵੇਦਾਂ ਨੂੰ ਪੜ੍ਹਨਗੇ ਔਰ ਗੁਰੂ ਕੀ ਬਾਣੀ ਨੂੰ ਛੱਡ ਦੇਣਗੇ। ਗੁਰਬਾਣੀ ਨੂੰ ਛੱਡ ਕੇ ਜਦੋਂ ਵੇਦਾਂ ਨੂੰ ਬਹੁਲਤਾ ਦੇਣਗੇ, ਵੇਦਾਂ ਨੂੰ ਪੜ੍ਹਨਗੇ, ਵੇਦ ਗਿਰਾ ਨੂੰ ਉਚਾਰਨਗੇ, ਵਿਪਰ ਧਰਮ ਕਰ ਜੀਵੇ ਮੋਢੇ, ਔਰ ਵਿਪਰਵਾਦੀ ਬਿਰਤੀ ਨੂੰ ਧਾਰਨ ਕਰਨਗੇ, ਖਾਲਸੇ ਦੀ ਰੋਹ ਰੀਤੀ ਦਾ ਜਦੋਂ ਇਹ ਤਿਆਗ ਕਰਨਗੇ। ਪ੍ਰਥਮ ਫਿਰੰਗੀ ਲੁਧਪੁਰ ਆਵੇ, ਨਾਰ ਮਲੇਛੀ ਘਰ ਮਹਿ ਆਨੈ, ਬੇਸ਼ਵਾ ਰਮਣ ਨਾ ਕਬਹੂ ਖਿਸਾਨੈ। ਮਲੇਛੀ ਇਸਤਰੀਆਂ ਨੂੰ ਵੀ ਘਰ ਵਿੱਚ ਲਿਆ ਕੇ ਵੇਸ਼ਿਆਗਾਮੀ ਬਿਰਤੀ ਸਿੱਖ ਰਿਆਸਤਾਂ ਦੇ ਰਾਜੇ ਗੁਰੂ ਖਾਲਸਾ ਜੀ, ਕੁਝ ਰਾਜਿਆਂ ਦੀ ਬਿਰਤੀ ਇਹੋ ਜਿਹੀ ਹੋ ਚੁੱਕੀ ਸੀ, ਜਿਨ੍ਹਾਂ ਰਿਆਸਤਾਂ ਵਿੱਚ ਆਪਾਂ ਰਹਿ ਰਹੇ ਹਾਂ, ਇਹਨਾਂ ਰਿਆਸਤਾਂ ਦੇ ਕੁਝ ਰਾਜੇ ਇਹੋ ਜਿਹੀ ਬਿਰਤੀ ਦੇ ਧਾਰਨੀ ਹੋ ਚੁੱਕੇ ਸਨ। ਮਹਾਰਾਜ ਜੀ ਕਹਿੰਦੇ ਜਦੋਂ ਏਦਾਂ ਦੀ ਬਿਰਤੀ ਵਾਲੇ ਰਾਜੇ ਹੋ ਜਾਣਗੇ ਸਿੱਖਾਂ ਵਿੱਚ, ਖੋਜੇ ਪੀਰ ਰਹੇ ਗੁਰ ਦੂਰ, ਗੁਰੂ ਤੋਂ ਦੂਰ ਰਹਿ ਕੇ ਦੇਵੀ ਦੇਵਤਿਆਂ ਤੇ ਪੀਰਾਂ ਕਬਰਾਂ ਵਾਲੇ ਪਾਸੇ ਨੂੰ ਦੌੜਨਗੇ। ਨਾਰੀ ਨਿਆਉ ਕਰੇ ਭਰਪੂਰ, ਨਾਰੀ ਨਿਆਉ ਦਾ ਮਤਲਬ ਹੈ ਵੀ ਡਰ ਕੇ ਇਨਸਾਫ ਕਰਨਗੇ, ਭੈ ਭੀਤ ਹੋ ਕੇ। ਜਿਹੜਾ ਬੰਦਾ ਡਰ ਕੇ ਇਨਸਾਫ ਕਰੇਗਾ, ਕੀ ਇਨਸਾਫ ਕਰ ਸਕਦਾ ਉਹ? ਜਦੋਂ ਇਹ ਨਾਰੀ ਨਿਆਉ ਕਰਨਗੇ, ਯਾਨੀ ਕਿ ਡਰ ਕੇ ਭੈ ਭੀਤ ਹੋ ਕੇ ਇਨਸਾਫ ਕਰਨ ਲੱਗ ਪੈਣਗੇ। ਸਿੱਖਣੀਆਂ ਗਣ ਪ੍ਰਿਤਵਨ ਚਾਹੇ, ਔਰ ਆਪਣੇ ਘਰਾਂ ਦੇ ਵਿੱਚ ਅਨੇਕਾਂ ਦਾਸੀਆਂ ਨੂੰ, ਗੋਲੀਆਂ ਨੂੰ ਰੱਖਣਾ ਚਾਹਣਗੇ ਰਾਜੇ। 300 ਤੱਕ ਰਾਣੀਆਂ ਗੋਲੀਆਂ ਜਿਹੜੀਆਂ ਕਈ ਸਿੱਖ ਰਾਜਿਆਂ ਨੇ ਆਪਣੇ ਘਰਾਂ ਵਿੱਚ ਰੱਖੀਆਂ। ਰਿਪ ਨਾਰੀ ਮੋਨੇ ਕੁਨ ਰਾਹੇ, ਔਰ ਜਿਹੜੇ ਨਿਰਪ ਨਾਰੀ ਯਾਨੀ ਕਿ ਜਿਹੜੀਆਂ ਆਪਣੀਆਂ ਵਿਆਹੀਆਂ ਹੋਈਆਂ ਰਾਣੀਆਂ ਨੇ, ਉਹਨਾਂ ਵਿੱਚ ਤ੍ਰਿਪਤ ਨਹੀਂ ਹੋਣਗੇ। ਪ੍ਰਥਮ ਫਿਰੰਗੀ ਲੁਧਪੁਰ ਆਵੇ, ਕਹਿੰਦੇ ਉਦੋਂ ਖਾਲਸੇ ਦਾ ਤੇਜ ਘਟਣਾ ਸ਼ੁਰੂ ਹੋ ਜਾਏਗਾ, ਕਿਉਂਕਿ ਇਹ ਵਿਪਰਵਾਦੀ ਬਿਰਤੀ ਹੋ ਗਈ, ਸਾਰੀ ਉਲਟ ਬਿਰਤੀ ਹੋ ਗਈ। ਇਹ ਖਾਲਸੇ ਦੀ ਰੋਹ ਰੀਤੀ ਨਹੀਂ ਹੈ ਕਿ ਸਿੱਖ ਰਿਆਸਤਾਂ ਦਾ ਰਾਜਾ ਹੋਵੇ, ਇਹ ਉਸ ਸਿੱਖ ਰਾਜਿਆਂ ਦੇ ਰਿਆਸਤਾਂ ਦੀ ਬਿਰਤੀ ਦੇ ਰਾਜਿਆਂ ਦੀ ਇਹ ਬਿਰਤੀ ਨਹੀਂ ਹੈ। ਸ਼ੇਰੇ ਪੰਜਾਬ ਰਣਜੀਤ ਸਿੰਘ ਨੇ ਜਦੋਂ ਮੋਹਰਾਂ ਨੂੰ ਲਿਆਂਦਾ ਸੀ, ਅਕਾਲੀ ਬਾਬਾ ਫੂਲਾ ਸਿੰਘ ਸਾਹਿਬ ਨੇ ਉਸੇ ਵੇਲੇ ਉਹਦੀ ਪ੍ਰਤਾੜਨਾ ਕਰ ਦਿੱਤੀ ਸੀ। ਆਖਿਆ ਸਿੱਖ ਰਿਆਸਤ ਦਾ ਰਾਜਾ ਹੋਵੇ ਤੇ ਇਹਨਾਂ ਨਿਗਰਿਆ ਨਹੀਂ ਹੋ ਸਕਦਾ। ਫਿਰ ਵੀ ਸ਼ੇਰੇ ਪੰਜਾਬ ਦੀਆਂ ਕੁਝ ਗੋਲੀਆਂ ਸਨ ਰਾਣੀਆਂ ਤੋਂ ਇਲਾਵਾ ਵੀ। ਰਾਜਿਆਂ ਵਾਲਾ ਐਸ਼ ਪ੍ਰਸਤੀ ਵਾਲਾ ਜੀਵਨ ਹੋ ਚੁੱਕਾ ਸੀ, ਪਰ ਹਲੇਮੀ ਰਾਜ ਜਿਹੜਾ ਸਿੱਖ ਰਾਜ ਹੁੰਦਾ ਉਹ ਬਿਲਕੁਲ ਸੀ, ਇਨਸਾਫ ਵੀ ਹੁੰਦਾ ਸੀ। ਪਰ ਜਿਵੇਂ ਜਿਵੇਂ ਸਮਾਂ ਬੀਤਿਆ, ਤਿਵੇਂ ਤਿਵੇਂ ਕੁਝ ਰਿਆਸਤਾਂ ਦੇ ਵਿੱਚ ਸਿੱਖ ਜਿਹੜੀਆਂ ਰਿਆਸਤਾਂ ਦੇ ਵਿੱਚ ਕੁਝ ਭ੍ਰਸ਼ਟ ਰਾਜੇ ਵੀ ਜਿਹੜੇ ਨੇ ਉਤਪੰਨ ਹੁੰਦੇ ਰਹੇ, ਜਿਨ੍ਹਾਂ ਨੇ ਖਾਲਸੇ ਨਾਲ ਵੈਰ ਕਮਾਉਂਦਿਆਂ ਹੋਇਆਂ ਅਬਦਾਲੀ ਵਰਗਿਆਂ ਦੇ ਨਾਲ ਜਾ ਕੇ ਜੱਫੀਆਂ ਪਾ ਲਈਆਂ ਸਨ। ਅਬਦਾਲੀ ਜਿਹੜਾ ਖਾਲਸੇ ਦਾ ਖੁਰਾ ਖੋਜ ਮਿਟਾਉਣਾ ਚਾਹੁੰਦਾ ਸੀ, ਉਸ ਅਬਦਾਲੀ ਦੇ ਨਾਲ ਜਾ ਕੇ ਕੁਝ ਰਾਜਿਆਂ ਨੇ ਜੱਫੀਆਂ ਪਾ ਕੇ, ਗਲਵੱਕੜੀਆਂ ਪਾ ਕੇ ਉਹਦੇ ਕੋਲੋਂ ਰਿਆਸਤਾਂ ਦਾ ਹਿੱਸਾ ਪ੍ਰਾਪਤ ਕੀਤਾ। ਤੋ ਇਹੋ ਜਿਹੇ ਨਿਗਰੇ ਹੋਏ ਰਾਜੇ ਮਹਾਰਾਜ ਕਲਗੀਧਰ ਜੀ ਜਾਣਦੇ ਸਨ, ਆਉਣ ਵਾਲੇ ਸਮੇਂ 'ਚ ਹੋਣੇ ਨੇ, ਦੱਸ ਰਹੇ ਨੇ। ਕਹਿੰਦੇ ਇਸ ਪ੍ਰਕਾਰ ਦੀ ਬਿਰਤੀ ਵਾਲੇ ਰਾਜੇ ਹੋਣਗੇ। ਕਹਿੰਦੇ ਜਿਹੜੇ ਫਿਰੰਗੀ ਨੇ ਪਹਿਲਾਂ ਲੁਧਿਆਣੇ ਤੱਕ ਆਉਣਗੇ। ਜਿਹੜੀ ਸੰਧੀ ਹੋਈ ਸ਼ੇਰੇ ਪੰਜਾਬ ਰਣਜੀਤ ਸਿੰਘ ਦੇ ਨਾਲ, ਉਹ ਲੁਧਿਆਣੇ ਦੀ ਸੰਧੀ ਹੋਈ ਵੀ ਲੁਧਿਆਣੇ ਤੁਰਲੇ ਪਾਸੇ ਅੰਗਰੇਜ਼ਾਂ ਦਾ ਰਾਜ, ਪਰਲੇ ਪਾਸੇ ਖਾਲਸੇ ਦਾ ਸ਼ੇਰੇ ਪੰਜਾਬ ਰਣਜੀਤ ਸਿੰਘ ਦਾ ਰਾਜ ਹੋਵੇਗਾ। ਤੋ ਇੱਧਰ ਦੀ ਰਿਆਸਤਾਂ ਦੇ ਜਿਹੜੇ ਰਾਜੇ ਸਨ, ਉਹ ਸਿੱਖ ਰਿਆਸਤਾਂ ਦੇ ਰਾਜੇ ਅੰਗਰੇਜ਼ਾਂ ਦੇ ਨਾਲ ਰਲ ਕੇ ਰਾਜ ਕਰਦੇ ਰਹੇ ਨੇ। ਕਹਿ ਰਹੇ ਨੇ ਕਲਗੀਧਰ ਜੀ ਦੱਸ ਰਹੇ ਨੇ, ਸੋ ਸਾਖੀ ਵਿੱਚ ਵੀ ਬਚਨ ਇਸੇ ਤਰ੍ਹਾਂ ਹੀ ਆਉਂਦਾ। ਪ੍ਰਥਮ ਫਿਰੰਗੀ ਲੁਧਪੁਰ ਆਮ ਹੈ। ਪਹਿਲਾਂ ਜਿਹੜੇ ਫਿਰੰਗੀ ਨੇ
ਉਹ ਲੁੱਧਪੁਰ ਕਹੀਏ, ਲੁੱਧਪੁਰ ਨਾਮ ਲੁਧਿਆਣੇ ਦਾ ਹੈ, ਲੁਧਿਆਣੇ ਚੱਲ ਕੇ ਆਉਣਗੇ, ਇੱਥੇ ਤੱਕ ਆਪਣਾ ਰਾਜ ਕਰਨਗੇ। ਭੋਗੈ ਰਾਜ ਤੇਜ ਵੱਧ ਜਾਵੇ, ਇੱਥੇ ਤੱਕ ਰਾਜ ਭੋਗਣਗੇ, ਉਹਨਾਂ ਦਾ ਰਾਜ ਤੇਜ ਵਧੇਗਾ। ਤਨ ਅਰ ਸੁੰਦਰ ਤ੍ਰਿਆ ਕੋ ਲੇਵੇ, ਉਹ ਅੰਗਰੇਜ਼ ਇੱਥੋਂ ਤੱਕ ਆ ਕੇ ਆਪਣਾ ਰਾਜ ਕਾਇਮ ਕਰਕੇ ਇੱਥੋਂ ਦੇ ਜਿਹੜੇ ਲੁਧਿਆਣੇ ਤੱਕ ਦੇ ਰਾਜੇ ਹੋਣਗੇ, ਉਧਰੋਂ ਦਿੱਲੀ ਤੋਂ ਲੈ ਕੇ ਜਮਨਾ ਤੋਂ ਲੈ ਕੇ ਉਹਨਾਂ ਲੋਕਾਂ ਦੇ ਕੋਲੋਂ ਧਨ ਲੈਣਗੇ, ਟੈਕਸ ਲੈਣਗੇ। ਫਿਰ ਇਹਦੇ ਤੋਂ ਇਲਾਵਾ ਉਹਨਾਂ ਦੇ ਕੋਲੋਂ ਸੁੰਦਰ ਇਸਤਰੀਆਂ, ਜੋਰੀ ਦਾ ਦਾਨ, ਜਿਹਨੂੰ ਮਹਾਰਾਜ ਜੀ ਨੇ ਕਿਹਾ ਨਾ, ਜੋਰੀ ਮੰਗਾ ਦਾਨ ਵੇ ਲਾਲੋ, ਏਦਾਂ ਦਾ ਦਾਨ ਪ੍ਰਾਪਤ ਕਰਨਗੇ। ਤਬੇ ਸਿੰਘ ਦੀਰਘ ਦੁਖ ਖੇਵੇਂ, ਉਸ ਵੇਲੇ ਸਿੰਘਾਂ ਨੂੰ ਵੱਡਾ ਭਾਰੀ ਕਸ਼ਟ ਹੋਵੇਗਾ, ਵੱਡੇ ਭਾਰੀ ਦੁੱਖ ਦੇ ਵਿੱਚੋਂ ਲੰਘਣਾ ਪਵੇਗਾ। ਅਬ ਬੇਮੁਖ ਗੁਰ ਤੇਜੇ ਪਏ, ਜਿਹੜੇ ਹੁਣ ਗੁਰੂ ਤੋਂ ਬੇਮੁਖ ਹੋਏ ਹਨ, ਤਬ ਤਿਨ ਕੇ ਸਿਰ ਸੰਕਟ ਪਏ, ਉਸ ਵੇਲੇ ਉਹਨਾਂ ਦੇ ਸਿਰ ਦੇ ਉੱਤੇ ਏਦਾਂ ਦਾ ਡਾਢਾ ਸੰਕਟ ਆਵੇਗਾ। ਚਿੰਤਾ ਬਦੇ ਸਬਨ ਕੇ बीच, ਇਸ ਪ੍ਰਕਾਰ ਨਾਲ ਵੱਡੀ ਭਾਰੀ ਚਿੰਤਾ ਸਾਰਿਆਂ ਵਿੱਚ ਵਧੇਗੀ। ਸ਼ੇਰੇ ਪੰਜਾਬ ਤੋਂ ਬਾਅਦ ਜਿਹੜੀ ਸਿੱਖ ਰਿਆਸਤਾਂ, ਸਿੱਖ ਰਾਜ ਦਾ ਹਾਲ ਹੋਇਆ, ਉਹ ਬੜਾ ਭਿਆਨਕ ਸਮਾਂ ਸੀ। ਗੁਰੂ ਖਾਲਸਾ ਜੀ ਕਰੇ ਪੁਕਾਰ ਗੁਰੂ ਦੇ ਮੀਚ, ਉਸ ਵੇਲੇ ਤਾਂ ਇਹੋ ਜੀ ਭਿਆਨਕ ਦਸ਼ਾ ਹੋਵੇਗੀ ਬਹੁਤ ਸਾਰੇ ਸਿੱਖਾਂ ਦੀ, ਜਿਨ੍ਹਾਂ ਦੇ ਸਿਰ ਤੇ ਚਿੰਤਾ ਤੇ ਸੰਕਟ ਹੋਵੇਗਾ। ਉਹ ਪੁਕਾਰ ਕਰਨਗੇ, ਮਹਾਰਾਜ ਇਹੋ ਜਿਹਾ ਦਿਨ ਵੇਖਣ ਨਾਲੋਂ ਸਾਨੂੰ ਮੌਤ ਦੇ ਦੇ। ਪੁਨ ਸਿੰਘਨ ਬੂਝਿਓ ਮਹਾਰਾਜ, ਇਹ ਤਾਂ ਮਹਾਰਾਜ ਜੀ ਨੇ ਦੱਸਿਆ ਵੀ ਫਿਰੰਗੀ ਕਿਵੇਂ ਕਾਬਜ ਹੋਣਗੇ। ਪੰਜਾਬ ਦੀ ਧਰਤੀ ਦੇ ਉੱਤੇ, ਪੰਜਾਬ ਦੇ ਉੱਤੇ ਅੰਗਰੇਜ਼ਾਂ ਦਾ ਜਿਹੜਾ ਕਬਜ਼ਾ ਹੋਇਆ ਹੈ, ਉਹ ਹਿੰਦੁਸਤਾਨ ਦੀਆਂ ਰਿਆਸਤਾਂ ਜਿਹੜੀਆਂ ਸਨ ਉਹਨਾਂ ਦੀ ਮਦਦ ਦੇ ਨਾਲ ਹੋਇਆ ਹੈ। ਇਸੇ ਕਰਕੇ 1857 ਦੀ ਗਦਰ ਵੇਲੇ ਸਿੱਖ ਰਿਆਸਤਾਂ ਦੇ ਇੱਧਰ ਦੇ ਪੰਜਾਬ ਦੇ ਰਾਜਿਆਂ ਨੇ ਉਹਨਾਂ ਦੀ ਮਦਦ ਨਹੀਂ ਕੀਤੀ। ਜਦੋਂ 100 ਸਾਲਾ ਮਨਾਇਆ ਗਿਆ ਸੀ 1957 ਵਿੱਚ, ਡਾਕਟਰ ਗੰਡਾ ਸਿੰਘ ਹੋਣਾ ਨੂੰ ਉੱਥੇ ਬੁਲਾਇਆ ਗਿਆ। ਡਾਕਟਰ ਗੰਡਾ ਸਿੰਘ ਨੂੰ ਕਿਹਾ ਕਿ ਤੁਸੀਂ ਵੀ ਬੋਲੋ। ਉੱਥੇ ਉਹਨਾਂ ਨੇ ਸਿੱਖਾਂ ਨੂੰ ਗਦਾਰ ਸਾਬਤ ਕੀਤਾ ਕਿ 1857 ਦੀ ਜਿਹੜੀ ਗਦਰ ਲਹਿਰ ਸੀ, ਉਹਦੇ ਵਿੱਚ ਸਿੱਖਾਂ ਨੇ ਆ ਕੇ ਸਾਡੀ ਕੋਈ ਮਦਦ ਨਹੀਂ ਕੀਤੀ। ਉਸ ਵੇਲੇ ਪ੍ਰਧਾਨਗੀ ਤੋਂ ਅਸਤੀਫਾ ਦੇ ਕੇ ਡਾਕਟਰ ਗੰਡਾ ਸਿੰਘ ਜੀ ਹੋਣਾ ਨੇ ਇਹੋ ਜਿਹਾ ਜਵਾਬ ਦਿੱਤਾ ਸੀ ਕਿ ਸਾਰਿਆਂ ਨੂੰ ਦੰਦਾਂ ਥੱਲੇ ਉਂਗਲੀਆਂ ਰੱਖ ਕੇ ਚਬਾਣੀਆਂ ਪਈਆਂ ਤੇ ਨਿਗਾਹ ਨੀਵੀਂ ਕਰਨੀ ਪਈ। ਉਹਨਾਂ ਆਖਿਆ, ਅਸੀਂ ਤੁਹਾਡੀ ਮਦਦ ਕਿਵੇਂ ਕਰਦੇ? ਸਾਡਾ ਰਾਜ ਅੰਗਰੇਜ਼ਾਂ ਨੇ ਨਹੀਂ, ਤੁਸਾਂ ਖੋਇਆ ਪੰਜਾਬ ਦਾ। ਕਿਉਂਕਿ ਅੰਗਰੇਜ਼ ਇਕੱਲੇ ਨਹੀਂ ਆਏ, ਅੰਗਰੇਜ਼ਾਂ ਦੇ ਨਾਲ ਜਿਹੜੀਆਂ ਫੌਜਾਂ ਆਈਆਂ ਸਨ ਉਹ ਤੁਹਾਡੀਆਂ ਆਈਆਂ ਸਨ, ਇੱਧਰੋਂ ਸਾਰੀਆਂ ਚੜ੍ਹ ਕੇ। ਉਹਨਾਂ ਨੇ ਆ ਕੇ ਜਦੋਂ ਸਾਡੇ ਤੇ ਹਮਲਾ ਕਰਕੇ ਸਾਡਾ ਰਾਜ ਖੋਇਆ, ਪੰਜਾਬ ਦੇ ਉੱਤੇ ਤਾਂ ਤੁਸੀਂ ਖੁਦ ਆਪ ਅੰਗਰੇਜ਼ਾਂ ਦਾ ਕਬਜ਼ਾ ਕਰਵਾਇਆ ਹੈ। ਉਸ ਵੇਲੇ ਡਾਕਟਰ ਗੰਡਾ ਸਿੰਘ ਹੋਣਾ ਨੇ ਇੱਕ ਪੁਸਤਕ ਲਿਖੀ ਸੀ, ਉਸ ਪੁਸਤਕ ਦਾ ਨਾਮ ਹੈ ਪੰਜਾਬ ਉੱਤੇ ਅੰਗਰੇਜ਼ਾਂ ਦਾ ਕਬਜ਼ਾ। ਉਹਦੇ ਵਿੱਚ ਬੜੇ ਖੋਲ ਕੇ ਇਹ ਜਿਹੜੇ ਪੜ੍ਹਦੇ ਨੇ ਡਾਕਟਰ ਗੰਡਾ ਸਿੰਘ ਹੋਣਾ ਨੇ ਖੋਲੇ ਹਨ। ਕਲਗੀਧਰ ਜੀ ਨੇ ਭਵਿੱਖਤ ਬਚਨ ਸੁਣਾਉਂਦਿਆਂ ਸਿੰਘਾਂ ਨੂੰ ਦੱਸਿਆ ਵੀ ਇਦਾਂ ਦਾ ਸਮਾਂ ਹੋਣਾ। ਸ਼ੇਰੇ ਪੰਜਾਬ ਰਣਜੀਤ ਸਿੰਘ ਦੇ ਸਮੇਂ ਜਦੋਂ ਉਹਨਾਂ ਨੇ ਅੱਖਾਂ ਮੀਚੀਆਂ, ਧਿਆਨ ਸਿੰਘ ਡੋਗਰੇ ਦੇ ਟੱਬਰ ਨੇ, ਹੀਰਾ ਸਿੰਘ ਨੇ, ਪਹਾੜਾ ਸਿੰਘ ਨੇ, ਲਾਲ ਸਿੰਘ ਨੇ, ਤੇਜਾ ਸਿੰਘ ਹੋਣਾ ਨੇ ਉਸ ਵੇਲੇ ਅੰਗਰੇਜ਼ਾਂ ਦੇ ਨਾਲ ਸੰਧੀ ਕਰਕੇ ਸਿੰਘਾਂ ਦੇ ਨਾਲ ਸ਼ਾਹ ਮੁਹੰਮਦ ਨੇ ਜੰਗਨਾਮਾ ਲਿਖਿਆ। ਉਹ ਕਹਿੰਦੇ ਪਹਾੜਾ ਸਿੰਘ ਸੀ ਯਾਰ ਫਿਰੰਗੀਆਂ ਦਾ, ਉਹਦੀ ਸਿੰਘਾਂ ਦੇ ਨਾਲ ਸੀ ਗੈਰ ਸਾਲੀ। ਜਦੋਂ ਕਬਜ਼ਾ ਕਰਨਾ ਸੀ ਅੰਗਰੇਜ਼ਾਂ ਨੇ ਪੰਜਾਬ ਤੇ, ਸਿੰਘਾਂ ਨੇ ਇੱਕੋ ਵਾਰੀ ਹਥਿਆਰ ਨਹੀਂ ਸਨ ਸੁੱਟ ਦਿੱਤੇ, ਲੜੇ ਅੱਗੋਂ। ਪਰ ਅੱਜ ਹੋਵੇ ਸਰਕਾਰ ਤਾਂ ਮੁੱਲ ਪਾਵੇ, ਜਿਹੜੀਆਂ ਖਾਲਸੇ ਤੇਗਾਂ ਮਾਰੀਆਂ ਨੇ, ਸ਼ਾਹ ਮੁਹੰਮਦ ਦਾ ਇੱਕ ਸਰਕਾਰ ਬਾਝੋਂ ਫੌਜਾਂ ਜਿੱਤ ਕੇ ਅੰਤ ਨੂੰ ਹਾਰੀਆਂ ਨੇ। ਕਹਿੰਦੇ ਅੱਜ ਸ਼ੇਰੇ ਪੰਜਾਬ ਸਰਕਾਰ ਹੁੰਦੀ ਤਾਂ ਅੱਜ ਆਪਣੇ ਖਾਲਸੇ ਦੀ ਇਹ ਫੌਜ ਦੀ ਜਿਹੜੀ ਜੰਗ ਦੇ ਮੈਦਾਨ 'ਚ ਲੜਨ ਦੀ ਬਿਰਤੀ ਹੈ, ਇਹਦਾ ਮੁੱਲ ਪਾਉਂਦੀ। ਪਰ ਅੱਜ ਉਸ ਸਰਕਾਰ ਤੋਂ ਬਿਨਾਂ ਫੌਜਾਂ ਜਿੱਤ ਕੇ ਵੀ ਅੰਤ ਨੂੰ ਹਾਰ ਗਈਆਂ ਨੇ। ਜਾ ਕੇ ਦੱਸਿਆ ਪਹਾੜਾ ਸਿੰਘ, ਤੇਜਾ ਸਿੰਘ ਨੇ ਅੰਗਰੇਜ਼ਾਂ ਨੂੰ, ਤੁਸੀਂ ਦੌੜ ਚੱਲੇ ਜੇ। ਉਧਰ ਸਿੰਘਾਂ ਦੀਆਂ ਜਿਹੜੀਆਂ ਬਰੂਦ ਦੀਆਂ ਪੇਟੀਆਂ, ਉਹਦੇ 'ਚ ਬਰੂਦ ਨਹੀਂ ਸਰੋਂ ਭਰ ਕੇ ਆਈ ਹੈ। ਪਰ ਫਿਰ ਵੀ ਸਿੰਘ ਬਹਾਦਰੀ ਨਾਲ ਲੜੇ। ਔਰ ਜਿਸ ਵੇਲੇ ਸ਼ੇਰੇ ਪੰਜਾਬ ਨੇ ਅੱਖਾਂ ਮੀਚੀਆਂ, ਉਸ ਤੋਂ ਬਾਅਦ ਹੌਲੇ ਹੌਲੇ ਕਰਕੇ ਉਹਨਾਂ ਦੇ ਸਾਰੇ ਬੱਚਿਆਂ ਨੂੰ, ਸ਼ੇਰ ਸਿੰਘ ਨੂੰ, ਕੁੰਵਰ ਨੌ ਨਿਹਾਲ ਸਿੰਘ ਨੂੰ,
ਖੜਗ ਸਿੰਘ ਨੂੰ ਸਹਿਜੇ ਸਹਿਜੇ ਕਰਕੇ ਸਾਰਿਆਂ ਨੂੰ ਮਾਰ ਕੇ ਮੁਕਾ ਦਿੱਤਾ ਗਿਆ। ਅਖੀਰ ਨੂੰ ਦਲੀਪ ਸਿੰਘ ਜਿਹੜਾ ਸਿੱਖ ਕੌਮ ਦਾ ਅਖੀਰਲਾ ਬਾਦਸ਼ਾਹ ਸੀ ਪੰਜਾਬ ਦਾ, ਸਿੱਖ ਰਾਜ ਦਾ ਉਸ ਵੇਲੇ ਦਾ, ਉਸ ਨੂੰ ਪਕੜ ਕੇ ਬਾਲ ਅਵਸਥਾ ਦੇ ਵਿੱਚ ਇੰਗਲੈਂਡ ਲੈ ਕੇ ਚਲੇ ਗਏ। ਰਾਣੀ ਜਿੰਦਾ ਨੂੰ ਕੈਦ ਕਰ ਲਿਆ ਗਿਆ ਔਰ ਉਹਨੂੰ ਆਪਣੀ ਪਰਵਰਿਸ਼ ਦੇ ਵਿੱਚ ਰਾਜਾ ਦਲੀਪ ਸਿੰਘ ਨੂੰ ਪਾਲਿਆ ਗਿਆ। ਮਹਾਰਾਜਾ ਦਲੀਪ ਸਿੰਘ ਨੇ ਯਤਨ ਕੀਤਾ ਇੱਕ ਵਾਰੀ ਪੰਜਾਬ ਚ ਆ ਕੇ ਮੁੜ ਕੇ ਦੁਬਾਰਾ ਆਪਣੀ ਕੌਮ ਨੂੰ ਇਕੱਤਰ ਕਰਕੇ ਫੌਜ ਤਿਆਰ ਕਰਕੇ ਅੰਗਰੇਜ਼ਾਂ ਦੇ ਖਿਲਾਫ ਲੜੀਏ, ਪਰ ਉਹ ਕਾਮਯਾਬ ਨਾ ਹੋ ਸਕੇ। ਅਖੀਰ ਨੂੰ ਆਪਣਾ ਸਰੀਰ ਤਿਆਗ ਗਏ। ਸੋ ਕਹਿਣ ਤੋਂ ਭਾਵ ਇਹ ਉਸ ਵੇਲੇ ਦਾ ਜਿਹੜਾ ਸਾਰਾ ਦੁਖਾਂਤ ਵਰਤਿਆ ਸੀ, ਉਹਦਾ ਸਾਰਾ ਵਰਣਨ ਮਹਾਰਾਜ ਜੀ ਨੇ ਨਾ ਥੋੜੇ ਜਿਹੇ ਸ਼ਬਦਾਂ ਦੇ ਵਿੱਚ ਕਰ ਦਿੱਤਾ ਹੈ। ਸਭ ਤੋਂ ਪਹਿਲੀ ਗਲਤੀ ਹੋਈ ਸੀ, ਜਿਹਦੇ ਬਾਰੇ ਅਕਾਲੀ ਬਾਬਾ ਫੂਲਾ ਸਿੰਘ ਜੀ ਨੇ ਸ਼ੇਰੇ ਪੰਜਾਬ ਰਣਜੀਤ ਸਿੰਘ ਜੀ ਨੂੰ ਕਿਹਾ ਸੀ, ਰਣਜੀਤ ਸਿੰਘ ਜੀ ਇਹਨਾਂ ਗੋਰਿਆਂ ਨਾਲ ਸਾਡੀ ਕੋਈ ਸੰਧੀ ਨਹੀਂ ਹੈ। ਲੁਧਿਆਣੇ ਦੀ ਜਿਹੜੀ ਹੱਦ ਬਣਾਈ ਗਈ, ਇੱਥੇ ਜਿਹੜੀ ਸੰਧੀ ਕੀਤੀ ਗਈ ਸੀ ਇਹਨਾਂ ਦੇ ਨਾਲ, ਇਹਦੇ ਬਾਰੇ ਅਕਾਲੀ ਜੀ ਨੇ ਰੋਕਿਆ ਸੀ ਵੀ ਸਾਡਾ ਇਹਨਾਂ ਦੇ ਨਾਲ ਕੋਈ ਮੇਲ ਨਹੀਂ, ਅਸੀਂ ਇਹਨਾਂ ਨਾਲ ਸੰਧੀ ਨਹੀਂ ਕਰਨੀ, ਸੰਧੀ ਕਰਾਂਗੇ ਹੌਲੇ ਹੌਲੇ ਸਾਡੇ ਵਿੱਚ ਆ ਕੇ ਵੜਨਗੇ। ਇਹਨਾਂ ਦੇ ਨਾਲ ਸਾਡਾ ਮੇਲ ਤਾਂ ਤਲਵਾਰ ਢਾਲ ਲੈ ਕੇ ਜੰਗ ਦੇ ਮੈਦਾਨ 'ਚ ਹੋ ਸਕਦਾ ਹੈ, ਪਰ ਏਦਾਂ ਰਾਜ ਭਾਗ ਦੀ ਹੱਦਬੰਦੀ ਕਰਕੇ ਇਹਨਾਂ ਨਾਲ ਸਾਡੀ ਕੋਈ ਸੰਧੀ ਨਹੀਂ ਹੋ ਸਕਦੀ। ਪਰ ਉਸ ਵੇਲੇ ਗਲਤੀ ਹੋ ਗਈ ਔਰ ਬਾਅਦ ਵਿੱਚ ਸਹਿਜੇ ਸਹਿਜੇ ਕਰਕੇ ਅੰਗਰੇਜ਼ ਲੁਧਿਆਣੇ ਤੋਂ ਟੱਪਦੇ ਟੱਪਦੇ ਅੱਗੇ ਲਾਹੌਰ ਤੱਕ ਜਾ ਪਹੁੰਚੇ ਔਰ ਪੰਜਾਬ ਤੇ ਕਾਬਜ ਹੋ ਗਏ। ਕਲਗੀਧਰ ਪਾਤਸ਼ਾਹ ਜੀ ਨੇ ਜਦੋਂ ਫਰੰਗੀਆਂ ਦੀ ਇਹ ਸਾਰੀ ਗਾਥਾ ਸੁਣਾਈ ਕਿ ਕਿਵੇਂ ਫਰੰਗੀ ਦੇਸ਼ ਦੇ ਉੱਤੇ, ਪੰਜਾਬ ਦੇ ਉੱਤੇ ਆ ਕੇ ਕਾਬਜ ਹੋਏ, ਸਿੱਖਾਂ ਦਾ ਰਾਜ ਉਹਨਾਂ ਨੇ ਖੋਇਆ ਔਰ ਉਸ ਰਾਜ ਨੂੰ ਖੋਹਣ ਵਾਸਤੇ ਇਹ ਜਿਹੜੀ ਵਿਸਥਾਰ ਸਹਿਤ ਕਥਾ ਹੈ, ਇਹ ਗਿਆਨੀ ਗਿਆਨ ਸਿੰਘ ਜੀ ਹੋਣਾ ਨੇ ਪੰਥ ਪ੍ਰਕਾਸ਼ ਦੇ ਵਿੱਚ ਲਿਖੀ ਹੈ। ਇੱਕ ਪੰਥ ਪ੍ਰਕਾਸ਼ ਸਰਦਾਰ ਰਤਨ ਸਿੰਘ ਜੀ ਭੰਗੂ ਜੀ ਨੇ ਲਿਖਿਆ, ਜਿਹਦੀ ਕਥਾ ਆਪਾਂ ਇੱਥੇ ਗੁਰਪ੍ਰਤਾਪ ਦੀ ਸਮਾਪਤੀ ਤੋਂ ਬਾਅਦ ਕੀਤੀ ਹੈ। ਇੱਕ ਪੰਥ ਪ੍ਰਕਾਸ਼ ਜਿਸ ਨੂੰ ਨਵੀਨ ਪੰਥ ਪ੍ਰਕਾਸ਼ ਕਹਿੰਦੇ ਹੋ, ਗਿਆਨੀ ਗਿਆਨ ਸਿੰਘ ਹੋਣਾ ਨੇ ਲਿਖਿਆ। ਗਿਆਨੀ ਗਿਆਨ ਸਿੰਘ ਹੋਣਾ ਨੇ ਜਿਹੜਾ ਪੰਥ ਪ੍ਰਕਾਸ਼ ਲਿਖਿਆ, ਉਹਦੇ ਵਿੱਚ ਉਹਨਾਂ ਨੇ ਸ਼ੇਰੇ ਪੰਜਾਬ ਰਣਜੀਤ ਸਿੰਘ ਦੇ ਰਾਜ ਦਾ ਵੀ ਸਾਰਾ ਜ਼ਿਕਰ ਕੀਤਾ ਹੈ, ਸਾਰੀਆਂ ਸਿੱਖ ਸੰਪਰਦਾਵਾਂ ਦਾ ਜ਼ਿਕਰ ਕੀਤਾ ਹੈ। ਭਾਈ ਰਤਨ ਸਿੰਘ ਜੀ ਹੋਣਾ ਨੇ ਕੇਵਲ ਸ਼ੇਰੇ ਪੰਜਾਬ ਦੇ ਰਾਜ ਤੱਕ ਦੀ ਜਿਹੜੀ ਕਥਾ ਵੀ ਕਿਵੇਂ ਰਾਜ ਸਥਾਪਿਤ ਹੋਇਆ, ਉੱਥੋਂ ਤੱਕ ਦੀ ਕਥਾ ਲਿਖੀ ਹੈ। ਉਹ ਰਾਜ ਗਿਆ ਕਿਵੇਂ, ਉਹਦਾ ਜ਼ਿਕਰ ਗਿਆਨੀ ਗਿਆਨ ਸਿੰਘ ਹੋਣਾ ਨੇ ਕੀਤਾ। ਜੇ ਸਾਹਿਬ ਨੇ ਕਿਰਪਾ ਕੀਤੀ, ਸਰੀਰ ਵਿੱਚ ਤਾਣ ਰਿਹਾ, ਗੁਰਦੇਵ ਨੇ ਉਮਰ ਪ੍ਰਦਾਨ ਕੀਤੀ ਤੇ ਇਸ ਕਥਾ ਦੀ ਸਮਾਪਤੀ ਤੋਂ ਬਾਅਦ ਗਿਆਨੀ ਗਿਆਨ ਸਿੰਘ ਹੋਣਾ ਦੇ ਪੰਥ ਪ੍ਰਕਾਸ਼ ਦੀ ਉਹ ਕਥਾ ਕਰਨ ਦੀ ਇੱਛਾ ਹੈ ਕਿ ਸੰਗਤ ਨੂੰ ਇਤਿਹਾਸ ਵੀ ਸਾਰਾ ਸਰਵਣ ਕਰਾਇਆ ਜਾਵੇ ਕਿ ਸ਼ੇਰੇ ਪੰਜਾਬ ਰਣਜੀਤ ਸਿੰਘ ਦਾ ਰਾਜ ਕਾਇਮ ਕਿਵੇਂ ਹੋਇਆ, ਫਿਰ ਉਹ ਰਾਜ ਗਿਆ ਕਿਵੇਂ, ਕਿਵੇਂ ਮੁਲਤਾਨ ਮਾਰਿਆ ਖਾਲਸੇ ਨੇ, ਕਿਵੇਂ ਪਿਸ਼ਾਵਰ ਤੱਕ ਆਪਣੇ ਖਾਲਸੇ ਨੇ ਨਿਸ਼ਾਨ ਝੁਲਾਏ ਨੇ, ਕੰਧਾਰ ਤੱਕ ਆਪਣੀਆਂ ਜਿਹੜੀਆਂ ਨੇ ਬੈਰਕਾਂ ਨਿਸ਼ਾਨ ਸਾਹਿਬ ਦੀਆਂ ਝੁਲਾਈਆਂ ਹਨ, ਉਹ ਸਾਰਾ ਵਰਣਨ ਉਹਦੇ ਵਿੱਚ ਆਉਂਦਾ ਹੈ। ਖੈਰ ਇੱਥੇ ਟੂਕ ਮਾਤਰ ਮੈਂ ਵਰਣਨ ਕਰਦਾ ਜਾ ਰਿਹਾ। ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਨੇ ਸੋ ਸਾਖੀ ਵਿੱਚ ਜੋ ਕਲਗੀਧਰ ਜੀ ਨੇ ਭਵਿੱਖਤ ਬਚਨ ਕਹੇ ਨੇ ਉਹ ਸੁਣਾਏ ਨੇ। ਜਦੋਂ ਗੁਰਦੇਵ ਨੇ ਫਰੰਗੀਆਂ ਦਾ ਪ੍ਰਸੰਗ ਸੁਣਾਇਆ ਸਿੱਖਾਂ ਨੂੰ ਵੀ ਇਦਾਂ ਫਰੰਗੀ ਕਾਬਜ ਹੋਣਗੇ ਪੰਜਾਬ ਤੇ, ਫਿਰ ਸਿੱਖਾਂ ਨੇ ਬੇਨਤੀ ਕਰਕੇ ਕਲਗੀਧਰ ਜੀ ਨੂੰ ਪੁੱਛਿਆ, ਕਿਮ ਤੁਰਕਨ ਕੋ ਹੋਏ ਕੋ ਕਾਜ। ਮਹਾਰਾਜ ਜੀ ਨਾ ਤੁਰਕਾਂ ਦਾ ਹੁਣ ਤਾਂ ਹਾਲੇ ਤਾਂ ਤੁਰਕਾਂ ਦਾ ਰਾਜ ਹੈ, ਇਹ ਕਿਵੇਂ ਖਤਮ ਹੋਣਗੇ? ਆਪ ਜੀ ਨੇ ਕਿਹਾ ਫਰੰਗੀਆਂ ਦਾ ਰਾਜ ਹੋ ਜਾਣਾ ਹਿੰਦੁਸਤਾਨ 'ਚ, ਪਰ ਇਹ ਉਹਦੇ ਤੋਂ ਪਹਿਲਾਂ ਤਾਂ ਤੁਰਕ ਨੇ। ਇਹਨਾਂ ਤੁਰਕਾਂ ਦਾ ਮਹਾਰਾਜ ਜੀ ਕੋ ਕਾਜ ਕਿਵੇਂ ਹੋਵੇਗਾ, ਇਹਨਾਂ ਦਾ ਰਾਜ ਕਿਵੇਂ ਖਤਮ ਹੋਵੇਗਾ? ਰਾਜ ਤੇਜ ਭੂਮੀ ਮੈਂ ਪੂਰਾ, ਕਿਉਂਕਿ ਇਸ ਵਕਤ ਇਹਨਾਂ ਦਾ ਰਾਜ ਤੇਜ ਪੂਰੀ ਧਰਤੀ ਦੇ ਉੱਤੇ ਫੈਲਿਆ ਹੋਇਆ ਹੈ। ਕਿਮ ਇਨ ਕੋ ਤਬ ਹੋਏ ਹੈ ਦੂਰਾ, ਇਹਨਾਂ ਦਾ ਰਾਜ ਮਹਾਰਾਜ ਜੀ ਕਿਵੇਂ ਦੂਰ ਹੋਵੇਗਾ? ਸੁਨ ਸਤਿਗੁਰ ਤਬ ਖੇਲ ਸੁਨਾਇਓ। ਸੁਣ ਕੇ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਨੇ ਖੇਡ ਦੱਸੀ, ਜਥਾ ਭਵਿੱਖਤ ਮੈਂ ਬਨ ਆਇਓ। ਜੋ ਆਉਣ ਵਾਲੇ ਸਮੇਂ ਵਿੱਚ ਬਣਨਾ ਸੀ ਨਾ, ਤੁਰਕਾਂ ਦਾ ਰਾਜ ਜਾਣਾ ਸੀ, ਉਹ ਵੀ ਮਹਾਰਾਜ ਜੀ ਨੇ ਦੱਸਿਆ। ਅਕਬਰ ਬ੍ਰਹਮਚਾਰੀ ਤਨ ਧਾਰਾ, ਮਹਾਰਾਜ ਜੀ ਕਹਿਣ ਲੱਗੇ ਜਿਹੜਾ ਅਕਬਰ ਸੀ ਨਾ ਮੁਗਲਾਂ ਦਾ ਬਾਦਸ਼ਾਹ,
ਉਹ ਇੱਕ ਬ੍ਰਹਮਚਾਰੀ ਸੀ ਪਿਛਲੇ ਜਨਮ ਦਾ, ਉਹਨੇ ਸਰੀਰ ਧਾਰਨ ਕੀਤਾ। ਧਰਮ ਆਪਣਾ ਖੂਬ ਸਵਾਰਾ, ਅਕਬਰ ਨੇ ਆਪਣਾ ਧਰਮ ਖੂਬ ਸਵਾਰਿਆ। ਉਹਨੇ ਦੀਨੇ ਇਲਾਹੀ ਨਾਮ ਦਾ ਧਰਮ ਜਿਹੜਾ ਸੀ ਉਹ ਚਲਾਇਆ। ਤਿਸ ਕੇ ਜਹਾਂਗੀਰ ਸੁਤ ਹੋਵਾ, ਅਕਬਰ ਦਾ ਅੱਗੇ ਪੁੱਤਰ ਜਹਾਂਗੀਰ ਬਾਦਸ਼ਾਹ ਹੋਇਆ। ਸ਼ਾਹ ਜਹਾਂ ਪੁਨ ਸਭ ਨੇ ਜੋਵਾ, ਜਹਾਂਗੀਰ ਤੋਂ ਅੱਗੇ ਸ਼ਾਹਜਹਾਨ ਸਭ ਦੇ ਵੇਖਿਆ, ਉਹਦਾ ਪੁੱਤ ਰਾਜ ਕਰਦਾ ਰਿਹਾ। ਆਏ ਵਲਾਇਤ ਤੇ ਤਿਸ ਭੌਨ, ਕਹਿੰਦੇ ਸ਼ਾਹਜਹਾਨ ਦੇ ਵੇਲੇ ਫਿਰੰਗੀ ਆਉਣਗੇ ਹਿੰਦੁਸਤਾਨ 'ਚ। ਉਦੋਂ ਆਏ ਨੇ, ਆ ਚੁੱਕੇ ਸੀ। ਈਸਟ ਇੰਡੀਆ ਕੰਪਨੀ ਜਿਹੜੀ ਸੀ ਉਹ 6ਵੇਂ ਪਾਤਸ਼ਾਹ ਦੇ ਵੇਲੇ ਆ ਚੁੱਕੀ ਸੀ। ਉਸ ਵੇਲੇ ਹਿੰਦੁਸਤਾਨ ਦਾ ਬਾਦਸ਼ਾਹ ਸ਼ਾਹਜਹਾਨ ਸੀ। ਤੋਂ ਕਲਕੱਤੇ ਵਾਲੀ ਸਾਈਡ ਤੋਂ ਇਹ ਚੱਲ ਕੇ ਆਏ ਸਨ, ਉਸ ਬੰਦਰਗਾਹ ਤੋਂ। ਮਹਾਰਾਜ ਜੀ ਕਹਿਣ ਲੱਗੇ ਸ਼ਾਹਜਹਾਨ ਦੇ ਵੇਲੇ ਇਹ ਦੇਸ਼ ਵਿੱਚ ਵੜ ਜਾਣਗੇ ਜਿਹੜੇ ਫਿਰੰਗੀ ਹਨ। ਰਹੇ ਗੁਲਾਮ ਹੋਏ ਕਰ ਮੌਨ, ਹਾਲਾਂਕਿ ਉਦੋਂ ਤੱਕ ਕੋਈ ਅੰਗਰੇਜ਼ ਮਹਾਰਾਜ ਜੀ ਨੂੰ ਮਿਲਿਆ ਨਹੀਂ ਅਨੰਦਪੁਰ ਸਾਹਿਬ ਜਦੋਂ ਇਹ ਗੱਲ ਕਰ ਰਹੇ ਨੇ। ਪਰ ਕਲਗੀਧਰ ਜਾਣਦੇ ਨੇ ਦੇਸ਼ ਦੀ ਪਰਿਸਥਿਤੀ ਨੂੰ ਕਿ ਇਸ ਦੇਸ਼ ਵਿੱਚ ਅੰਗਰੇਜ਼ ਕਾਬਜ ਹੋ ਰਹੇ ਨੇ। ਇਹ ਮੇਰੇ ਸਾਹਿਬ ਦੀ ਕੈਸੀ ਦੂਰ ਅੰਦੇਸ਼ੀ ਦ੍ਰਿਸ਼ਟੀ ਹੈ ਜੋ ਮਹਾਰਾਜ ਜੀ ਵੇਖ ਰਹੇ ਨੇ ਸੰਸਾਰ ਵੱਲ, ਹਿੰਦੁਸਤਾਨ ਵੱਲ। ਗੁਰਦੇਵ ਤੋਂ ਪਹਿਲਾਂ ਸ਼ਾਹਜਹਾਨ ਬਾਦਸ਼ਾਹ ਹੋਇਆ ਔਰ ਉਹਦੇ ਸਮੇਂ ਫਿਰੰਗੀ ਹਿੰਦੁਸਤਾਨ ਚ ਐਂਟਰ ਹੋ ਗਏ ਨੇ। ਇਹ ਕਲਗੀਧਰ ਜੀ ਨੂੰ ਪਤਾ, ਇਹਦੀ ਖਬਰ ਮਹਾਰਾਜ ਜੀ ਦੇ ਕੋਲ ਹੈ। ਮਹਾਰਾਜ ਜੀ ਦੱਸ ਰਹੇ ਨੇ, ਕਹਿੰਦੇ ਉਸ ਵੇਲੇ ਦੇ ਆ ਗਏ ਨੇ। ਹੌਲੇ ਹੌਲੇ ਕਰਕੇ ਜਿਹੜੇ ਮੋਨੇ ਫਿਰੰਗੀ ਨੇ ਹਿੰਦੁਸਤਾਨ ਦੇ, ਆ ਜਿਹੜੇ ਮੁਗਲ ਰਾਜੇ ਬਾਦਸ਼ਾਹ ਨੇ, ਉਹਨਾਂ ਦੇ ਗੁਲਾਮ ਹੋ ਜਾਣਗੇ। ਬਹੁਰ ਨੁਰੰਗ ਬੰਦ ਕਰ ਆਗੀ, ਸ਼ਾਹਜਹਾਨ ਤੋਂ ਬਾਅਦ ਇਸ ਵੇਲੇ ਨੁਰੰਗਾ ਜਿਹੜਾ ਵੱਡਾ ਬਾਦੀ ਹੈ, ਝਗੜਾਲੂ ਹੈ, ਈਰਖਾਲੂ ਹੈ, ਉਹ ਇਸ ਵੇਲੇ ਮੌਕੇ ਦਾ ਬਾਦਸ਼ਾਹ ਹੈ। ਮੀਰਾ ਸ਼ਾਹ ਸੇਵ ਮੈਂ ਲਾਗੀ, ਖਾਲਸਾ ਜੀ ਜਿਹੜਾ ਔਰੰਗਾ ਸੀ ਨਾ, ਇਹਦਾ ਇੱਕ ਗੁਰੂ ਸੀ, ਪੀਰ ਸੀ, ਉਹਦਾ ਨਾਂ ਸੀ ਮੀਰਾ ਸ਼ਾਹ। ਇਹ ਉਹਦੀ ਸੇਵਾ 'ਚ ਲੱਗਾ ਹੋਇਆ ਸੀ। ਦਾਰਾ ਸ਼ਿਕੋ ਨੂੰ ਪਤਾ ਕੀ ਕਹਿੰਦਾ ਸੀ? ਤਾਰਾ ਆਜਮ ਹੋਣਾ ਨਾਲ ਦੇ ਆਪਣੇ ਭਰਾਵਾਂ ਨੂੰ, ਸੁਜਾ ਮੁਹੰਮਦ ਹੋਣਾ ਨੂੰ, ਕਾਮ ਬਖਸ਼ ਹੋਣਾ ਨੂੰ ਕਹਿੰਦਾ ਮੈਂ ਕਿਹੜਾ ਰਾਜ ਕਰਨਾ, ਮੈਂ ਤਾਂ ਫਕੀਰ ਬੰਦਾ, ਰਾਜ ਤੁਹਾਨੂੰ ਦੇ ਕੇ ਮੈਂ ਤਾਂ ਮੱਕੇ ਟੁਰ ਜਾਣਾ। ਮੁੜ ਕੇ ਉਹਨਾਂ ਨੂੰ ਵੀ ਮਾਰ ਕੇ ਆਪ ਰਾਜਾ ਬਣ ਗਿਆ। ਇਹ ਪਹਿਲਾਂ ਫਕੀਰੀ ਲਿਬਾਸ ਧਾਰਨ ਕਰਕੇ ਇੱਕ ਮੀਰਾ ਸ਼ਾਹ ਨਾਮ ਦਾ ਫਕੀਰ ਸੀ। ਇਹ ਔਰੰਗਾ ਉਹਦਾ ਚੇਲਾ ਬਣਿਆ ਰਿਹਾ। ਸਾਧਨ ਵਸਤ ਹੀਏ ਮੋ ਜਾਨੀ, ਇਹਨੇ ਸਾਧਨ ਵਸਤੂ ਜਿਹੜੀ ਸੀ ਆਪਣੇ ਹਿਰਦੇ 'ਚ ਜਾਣੀ, ਉਸ ਸਾਧੂ ਦੀ ਸੇਵਾ ਕਰਕੇ। ਤਉ ਨ ਝੂਟੀ ਬਾਤ ਪੁਰਾਨੀ, ਪਰ ਇਹਦੀ ਜਿਹੜੀ ਉਹ ਪੁਰਾਣੀ ਬਿਰਤੀ ਸੀ ਨਾ, ਜਿਵੇਂ ਕੁੱਤੇ ਨੂੰ ਤਖਤ ਤੇ ਬਿਠਾ ਦਿਓ ਫਿਰ ਉਹਦੀ ਚੱਕੀ ਚੱਟਣ ਦੀ ਬਿਰਤੀ ਨਹੀਂ ਜਾਂਦੀ, ਉਹ ਬਿਰਤੀ ਇਹਨੇ ਆਪਣੀ ਨਹੀਂ ਛੱਡੀ ਔਰੰਗੇ ਨੇ। ਮਗ ਖੁਦਾਏ ਕੋ ਲਖ ਕਰ ਭੂਲਾ, ਉਸ ਮੀਰਾ ਸ਼ਾਹ ਨਾਮ ਦੇ ਫਕੀਰ ਦੀ ਸੰਗਤ 'ਚ ਰਹਿ ਕੇ ਖੁਦਾ ਦਾ ਰਸਤਾ ਜਾਣ ਕੇ ਫਿਰ ਭੁੱਲ ਗਿਆ। ਯਾਨੀ ਕਿ ਸਿੱਧਾ ਫਕੀਰੀ ਵਾਲੇ ਪਾਸੇ ਚੱਲਦਾ ਚੱਲਦਾ ਮੁੜ ਕੇ ਫਿਰ ਉੱਥੋਂ ਡਿਵਰਟ ਹੋ ਗਿਆ, ਯੂ ਟਰਨ ਲੈ ਕੇ ਜਿਵੇਂ ਆਪਾਂ ਕਹਿ ਸਕਦੇ ਹਾਂ। ਮੁੜ ਕੇ ਫਿਰ ਵਿਕਾਰਾਂ ਵਾਲੇ ਪਾਸੇ ਚਲਾ ਗਿਆ, ਕਰੂਰਤਾ ਵਾਲੇ ਪਾਸੇ ਚਲਾ ਗਿਆ। ਲਾਲਚ ਲਗੇ ਰਾਜ ਮਦ ਫੂਲਾ, ਔਰ ਲਾਲਚ 'ਚ ਲੱਗੇ ਹੋਏ ਨੇ, ਰਾਜ ਦੇ ਨਸ਼ੇ ਦੇ ਹੰਕਾਰ ਦੇ ਵਿੱਚ ਫੁੱਲਿਆ ਫਿਰਦਾ। ਭਾਈ ਮਾਰਾ ਰਾਜ ਨ ਛੋਰਾ, ਵੇਖੋ ਭਰਾ ਮਾਰ ਦਿੱਤੇ, 4 ਭਰਾਵਾਂ ਦਾ ਕਾਤਲ ਹੈ ਇਹ ਔਰੰਗਾ। ਆਪਣੇ 4 ਭਰਾ ਮਾਰ ਕੇ ਹਿੰਦੁਸਤਾਨ ਦੇ ਤਖਤ ਤੇ ਬੈਠਾ ਹੈ ਤੇ ਭਰਾ ਮਾਰ ਕੇ ਵੀ ਰਾਜ ਦਾ ਹੰਕਾਰ ਨਹੀਂ ਛੱਡਿਆ। ਦਾਰਾ ਕਾਟ ਛਤਰ ਪਦ ਤੋਰਾ, ਸਭ ਤੋਂ ਵੱਡਾ ਗੁਨਾਹ ਇਹਨੇ ਆਪਣੇ ਭਰਾ ਦਾਰਾ ਸ਼ਿਕੋ ਨੂੰ ਮਾਰ ਕੇ ਕੀਤਾ, ਜਿਹੜਾ ਫਕੀਰ ਸੀ। ਦਾਰਾ ਸ਼ਿਕੋ ਗੁਰੂ ਘਰ ਦਾ ਸੇਵਕ ਵੀ ਬਣ ਗਿਆ ਸੀ, 7ਵੇਂ ਪਾਤਸ਼ਾਹ ਗੁਰੂ ਹਰ ਰਾਏ ਸਾਹਿਬ ਦੇ ਚਰਨਾਂ ਦਾ ਸੇਵਕ ਬਣ ਗਿਆ ਸੀ। ਅਖੀਰ ਨੂੰ ਉਹਨੇ ਫਕੀਰੀ ਵਿੱਚ ਹੀ ਸਮਾਂ ਬਤੀਤ ਕੀਤਾ। ਮੁੜ ਕੇ ਉਹਨੂੰ ਵੀ ਗ੍ਰਿਫਤਾਰ ਕਰਕੇ ਇਹਨੇ ਕਤਲ ਕੀਤਾ ਤੇ ਦਾਰਾ ਸ਼ਿਕੋ ਨੂੰ ਮਾਰ ਕੇ ਸਮਝ ਸਕਦੇ ਆ ਔਰੰਗੇ ਨੇ ਆਪਣੇ ਸਿਰ ਦਾ ਛਤਰ ਪਦ ਤੋੜਿਆ ਹੈ। ਮਦ ਪਰ ਰਾਜ ਕਰਤ ਇਕ ਸਾਊ, ਔਰ ਹੰਕਾਰ ਦੇ ਵਿੱਚ ਭਰਿਆ ਹੋਇਆ ਆ ਇੱਕ ਸ਼ਾਹ ਔਰੰਗਾ ਰਾਜ ਕਰ ਰਿਹਾ ਹੈ। ਹਮ ਸੋ ਵੈਰ ਵਦੇ ਸਹਿ ਜਾਊ, ਔਰ ਸਹਿਜੇ ਹੀ ਇਹਨੇ ਸਾਡੇ ਨਾਲ ਵੈਰ ਵਧਾਇਆ ਹੋਇਆ। ਸਾਡੇ ਨਾਲ ਇਹਦਾ ਵੈਰ ਅੱਗੇ ਹੋਰ ਵਧਣਾ, ਕਿਉਂਕਿ ਹਾਲੇ ਔਰੰਗਜ਼ੇਬ ਨਾਲ ਕੋਈ ਜੰਗ ਨਹੀਂ ਸੀ ਹੋਇਆ। ਗੁਰਦੇਵ ਜਦੋਂ ਇਹ ਬਚਨ ਕਰ ਰਹੇ ਨੇ, ਸਿੰਘਾਂ ਨੂੰ ਦੱਸ ਰਹੇ ਨੇ,
ਮਹਾਰਾਜ ਕਹਿੰਦੇ ਔਰੰਗਾ ਸਹਿਜੇ ਹੀ ਹੁਣ ਸਾਡੇ ਨਾਲ ਵੈਰ ਵਧਾਵੇਗਾ। ਕਰੈ ਜੋਰ ਤੇ ਜਗ ਤੇ ਅਨੀਤ, ਆਪਣਾ ਜ਼ੋਰ ਪਾ ਕੇ ਇਸ ਜਗਤ ਦੇ ਵਿੱਚ ਅਨੀਤੀਆਂ ਕਰੇਗਾ, ਕੋਝੇ ਕਰਮ ਕਰੇਗਾ। ਔਰੰਗਾ ਪਹਿਲਾਂ ਵੀ ਕੀਤੇ ਨੇ, ਅੱਗੇ ਵੀ ਕਰੇਗਾ। ਦੀਨ ਵਧਾਵਨ ਮੈਂ ਧਰ ਚੀਤ, ਕਿਉਂਕਿ ਇਹਦਾ ਮਨ ਕੇਵਲ ਇੱਕੋ ਹੀ ਆ ਵੀ ਮੈਂ ਆਪਣੇ ਦੀਨ ਦਾ ਵਾਧਾ ਕਰਨਾ, ਮੈਂ ਆਪਣੇ ਮਜਹਬ ਨੂੰ ਵਧਾਉਣਾ। ਆਪਣੇ ਮਜਹਬ ਨੂੰ ਵਧਾਉਣ ਵਾਸਤੇ ਇਹਨੇ ਪਹਿਲਾਂ ਵੀ ਜ਼ੁਲਮ ਕੀਤੇ ਨੇ, ਹੁਣ ਵੀ ਕਰ ਰਿਹਾ ਹੈ। ਮੱਕੇ ਹੇਤ ਬੰਦਗੀ ਜਾਹੈ, ਪਾਤਸ਼ਾਹ ਕਹਿੰਦੇ ਮੱਕੇ ਜਾਂਦਾ ਬੰਦਗੀ ਵਾਸਤੇ। ਜਦੋਂ ਇਹ ਮੱਕੇ ਪਹੁੰਚ ਕੇ ਜਾ ਕੇ ਬੰਦਗੀ ਕਰਦਾ ਹੈ, ਮੰਗੈ ਇਹੋ ਮੋਹਿ ਨੂਰ ਸਲਾਹੈ। ਉੱਥੇ ਮੱਕੇ ਜਾ ਕੇ ਨਾ ਇਹ ਮੰਗ ਕਰਦਾ ਹੈ, ਕਹਿੰਦਾ ਹੇ ਖੁਦਾ, ਮੇਰਾ ਜਿਹੜਾ ਇਲਾਹੀ ਨੂਰ ਤੇ ਪ੍ਰਤਾਪ ਹੈ ਉਹ ਸਾਰਿਆਂ ਵਿੱਚ ਛਾ ਜਾਵੇ। ਔਰੰਗਾ ਮੱਕੇ ਜਾਂਦਾ ਬੰਦਗੀ ਕਰਨ ਲਈ, ਔਰ ਉੱਥੇ ਜਾ ਕੇ ਇਹ ਮੰਗ ਕਰਦਾ ਹੈ ਕਿ ਮੇਰਾ ਨੂਰ, ਮੇਰਾ ਪ੍ਰਤਾਪ ਸਾਰਿਆਂ ਤੇ ਛਾ ਜਾਵੇ ਪੂਰੇ ਹਿੰਦੁਸਤਾਨ 'ਚ। ਕਿਉਂਕਿ ਔਰੰਗਾ ਕੇਵਲ ਬਾਦਸ਼ਾਹ ਹੀ ਨਹੀਂ ਸੀ ਬਣ ਕੇ ਰਹਿਣਾ ਚਾਹੁੰਦਾ, ਔਰੰਗਾ ਇਸਲਾਮ ਧਰਮ ਦਾ ਰਹਿਬਰ ਬਣ ਕੇ ਵੀ ਵਿਚਰਨਾ ਚਾਹੁੰਦਾ ਸੀ ਕਿ ਮੇਰਾ ਪ੍ਰਤਾਪ ਹੋਵੇ ਇਸਲਾਮ ਧਰਮ ਦੇ ਵਿੱਚ, ਲੋਕ ਮੈਨੂੰ ਇੱਕ ਵੱਡਾ ਪੈਗੰਬਰ ਸਮਝਣ ਖੁਦਾ ਦਾ। ਇਦਾਂ ਦੀ ਬਿਰਤੀ ਰੱਖਦਾ ਸੀ। ਹੋਈ ਆਵਾਜ਼ ਰਾਤ ਕੋ ਤਾਈ, ਕਹਿੰਦੇ ਜਦੋਂ ਇੱਕ ਦਿਨ ਮੱਕੇ ਗਿਆ, ਮੱਕੇ ਜਾ ਕੇ ਨੇ ਖੁਦਾ ਕੋਲੋਂ ਮੰਗ ਮੰਗੀ ਆਪਣੇ ਧਿਆਨ ਦੇ ਵਿੱਚੋਂ ਕਿ ਹੇ ਖੁਦਾ, ਮੇਰਾ ਤੇਜ, ਮੇਰਾ ਪ੍ਰਤਾਪ ਸਾਰੇ ਹਿੰਦੁਸਤਾਨ ਵਿੱਚ ਛਾ ਜਾਵੇ, ਸਭ ਤੇ ਛਾ ਜਾਵੇ, ਇੱਥੋਂ ਦੇ ਸਾਰੇ ਬਸ਼ਿੰਦਿਆਂ ਤੇ ਛਾ ਜਾਵੇ। ਤਾਂ ਔਰੰਗਜ਼ੇਬ ਨੂੰ ਅੱਗੋਂ ਆਵਾਜ਼ ਆਈ, ਔਰੰਗੇ ਨੂੰ। ਕਲਗੀਧਰ ਕਹਿੰਦੇ ਰਾਤ ਦਾ ਸਮਾਂ ਸੀ, ਔਰੰਗੇ ਨੂੰ ਅੱਗੋਂ ਆਵਾਜ਼ ਆਈ, ਸਭ ਪਰ ਬਲੀ ਗੁਰੂ ਪਰ ਨਾਈ। ਔਰੰਗੇ ਨੂੰ ਅੱਗੋਂ ਆਵਾਜ਼ ਆਈ, ਆਖਿਆ ਔਰੰਗਿਆ, ਤੇਰਾ ਤੇਜ ਸਾਰਿਆਂ ਤੇ ਛਾ ਜਾਏਗਾ, ਪਰ ਗੁਰੂ ਨਾਨਕ ਦੇ ਘਰ ਉੱਤੇ ਤੇਰਾ ਤੇਜ ਨਹੀਂ ਚੱਲਣਾ। ਬਾਕੀ ਹਿੰਦੁਸਤਾਨ ਦੇ ਸਾਰੇ ਲੋਕਾਂ ਤੇ ਤੇਰਾ ਤੇਜ ਛਾ ਜਾਏਗਾ, ਚੱਲ ਜਾਏਗਾ, ਪਰ ਗੁਰੂ ਘਰ ਦੇ ਉੱਤੇ, ਗੁਰੂ ਗੋਬਿੰਦ ਸਿੰਘ ਸਾਹਿਬ ਦੇ ਘਰ ਉੱਤੇ, ਗੁਰੂ ਨਾਨਕ ਸਾਹਿਬ ਦੇ ਘਰ ਉੱਤੇ ਤੇਰਾ ਤੇਜ ਨਹੀਂ ਚੱਲਣਾ। ਕਿਉਂਕਿ ਉਹਨਾਂ ਦਾ ਤੇਜ ਕਰੋੜਾਂ ਸੂਰਜਾਂ ਦੇ ਸਮਾਨ ਹੈ, ਔਰ ਤੇਰਾ ਤੇਜ ਉਹਨਾਂ ਦੇ ਸਾਹਮਣੇ ਜਗਦੇ ਹੋਏ ਇੱਕ ਟਟਹਿਣੇ ਦੇ ਸਮਾਨ ਹੈ। ਸਭ ਤੇ ਬਲੀ ਹੋ ਸਕਦਾ ਤੂੰ, ਪਰ ਤੇਰਾ ਪ੍ਰਤਾਪ ਗੁਰੂ ਨਾਨਕ ਦੇ ਘਰ ਉੱਤੇ ਨਹੀਂ ਛਾ ਸਕਦਾ। ਤੂੰ ਹਜ਼ਾਰਾਂ, ਲੱਖਾਂ, ਕਰੋੜਾਂ ਹਿੰਦੂਆਂ ਨੂੰ ਮੁਸਲਮਾਨ ਬਣਾ ਸਕਦਾ ਹੈ, ਪਰ ਗੁਰੂ ਨਾਨਕ ਦੇ ਦਰ ਘਰ ਦਿਆਂ ਮੁਰੀਦਾਂ ਨੂੰ ਕਿਸੇ ਨੂੰ ਵੀ ਲਾਲਚ ਦੇ ਕੇ, ਜਬਰੀ ਕਰਕੇ, ਜ਼ੁਲਮ ਕਰਕੇ ਤੂੰ ਸਿੱਖ ਧਰਮ ਦਾ ਤਿਆਗ ਕਰਾ ਕੇ ਮੁਸਲਮਾਨ ਨਹੀਂ ਬਣਾ ਸਕੇਗਾ। ਕਿਤਨੇ ਤਸ਼ੱਦਦ ਭਰੇ ਸਮੇਂ ਰਹੇ ਨੇ ਸਿੰਘਾਂ ਤੇ। ਕਿਸੇ ਇੱਕ ਵੀ ਸਿੱਖ ਦਾ ਐਸਾ ਇਤਿਹਾਸ ਨਹੀਂ ਆਉਂਦਾ ਕਿ ਕਿਸੇ ਸਿੱਖ ਨੇ ਕਿਸੇ ਲਾਲਚ ਵਸ ਹੋ ਕੇ, ਦਬਾਅ ਥੱਲੇ ਆ ਕੇ, ਡਰ ਕੇ, ਭੈ ਭੀਤ ਹੋ ਕੇ, ਮੌਤ ਦੇ ਖੌਫ ਤੋਂ ਸਿੱਖ ਧਰਮ ਦਾ ਤਿਆਗ ਕਰਕੇ ਇਸਲਾਮ ਕਬੂਲਿਆ ਹੋਵੇ। ਕਿਸੇ ਇੱਕ ਵੀ ਸਿੱਖ ਦੀ ਸਾਖੀ ਨਹੀਂ ਆਉਂਦੀ। ਤੇ ਐਸੀਆਂ ਸੈਂਕੜੇ ਸਾਖੀਆਂ ਨੇ ਸਿੱਖਾਂ ਦੀਆਂ ਜਿਨ੍ਹਾਂ ਨੇ ਗੁਰੂ ਪੰਥ ਤੋਂ ਆਪਣਾ ਆਪ ਕੁਰਬਾਨ ਕਰ ਦਿੱਤਾ, ਸਿੱਖ ਧਰਮ ਨੇ ਤਿਆਗਿਆ। ਐਸੇ ਸੈਂਕੜੇ ਸਿੱਖਾਂ ਦੇ ਕੁਰਬਾਨੀਆਂ ਦੇ ਸਾਖੀਆਂ ਨੇ। ਕਲਗੀਧਰ ਜੀ ਦੱਸ ਰਹੇ ਨੇ, ਔਰੰਗਾ ਜਦੋਂ ਮੱਕੇ ਪੁਕਾਰ ਕਰਦਾ ਸੀ ਨਾ, ਕਹਿੰਦਾ ਮੇਰਾ ਤੇਜ ਸਭ ਤੇ ਛਾ ਜਾਏ। ਆਵਾਜ਼ ਆਈ ਅੱਗੋਂ, ਔਰੰਗਜ਼ੇਬ ਸਭ ਤੇ ਛਾ ਜਾਏਗਾ, ਪਰ ਗੁਰੂ ਨਾਨਕ, ਗੁਰੂ ਗੋਬਿੰਦ ਸਿੰਘ ਸਾਹਿਬ ਦੇ ਘਰ ਤੇ ਤੇਰਾ ਤੇਜ ਨਹੀਂ ਚੱਲ ਸਕਦਾ। ਇਮ ਸੁਪਨੇ ਮੈਂ ਸੁਨ ਕਰ ਕੂਰਾ, ਕਹਿੰਦੇ ਔਰੰਗਜ਼ੇਬ ਨੂੰ ਇਹ ਸੁਪਨਾ ਆਇਆ ਸੀ, ਸੁਪਨੇ ਚ ਉਹਨੂੰ ਇਹ ਆਵਾਜ਼ ਸੁਣਾਈ ਦਿੱਤੀ ਹੈ। ਔਰ ਉਸ ਝੂਠੇ ਨੇ ਕੂੜਾ, ਕਿਉਂਕਿ ਔਰੰਗਾ ਝੂਠਾ ਹੈ, ਕੂੜਾ ਹੈ। ਹਿੰਦੂ ਧਰਮ ਕਰਨ ਲਗ ਦੂਰਾ, ਹਿੰਦੂ ਧਰਮ ਨੂੰ ਦੂਰ ਕਰਨ ਲੱਗਾ। ਹਿੰਦੂ ਧਰਮ ਦੇ ਉੱਤੇ ਕਸਾਈ ਬਣ ਕੇ ਉਹਨਾਂ ਨੂੰ ਮਾਰਨ ਲੱਗਾ, ਧਰਮ ਸਥਾਨ ਢਾਉਣ ਲੱਗਾ। ਜਿਸ ਕਿਸ ਤੇ ਅਜ਼ਮਤ ਪਤੀ ਆਵੇ, ਜਿਹੜੇ ਵੀ ਕਿਸੇ ਮਹਾਂਪੁਰਸ਼ ਨੂੰ ਫੜਦਾ ਸੀ, ਫੜ ਕੇ ਉਹਨਾਂ ਦੀਆਂ ਕਰਾਮਾਤਾਂ ਪਰਖਦਾ ਸੀ। ਵਿਖਾਓ ਮੈਨੂੰ ਅਜ਼ਮਤ ਕਰਾਮਾਤ। ਅਮਰੇ ਸੰਗ ਸੰਗਰਾਮ ਮਚਾਵੇ, ਇਹ ਹੁਣ ਸਾਡੇ ਨਾਲ ਸੰਗਰਾਮ ਮਚਾਵੇਗਾ, ਕਿਉਂਕਿ ਇਹਨੂੰ ਪਤਾ ਹੈ
ਇਹਨੂੰ ਆਵਾਜ਼ ਆ ਚੁੱਕੀ ਹੈ ਕਿ ਇਹਨਾਂ ਦੇ ਘਰ ਤੇ ਮੇਰਾ ਤੇਜ ਨਹੀਂ ਚੱਲਣਾ, ਇਹਨਾਂ ਨੂੰ ਮੈਂ ਕਿਸੇ ਲਾਲਚ ਵਸ ਹੋ ਕੇ ਆਪਣੇ ਅਧੀਨ ਨਹੀਂ ਕਰ ਸਕਦਾ। ਇਹ ਹੁਣ ਸਾਡੇ ਨਾਲ ਸੰਗਰਾਮ ਕਰੇਗਾ, ਜੰਗ ਕਰੇਗਾ, ਫੌਜਾਂ ਭੇਜੇਗਾ। ਹਰ ਕੀ ਕਰਨੀ ਨਾਏ ਵਿਚਾਰੀ। ਇਹਨੇ ਹਰੀ ਦੀ ਜਿਹੜੀ ਕਰਨੀ, ਹਾਲਾਂਕਿ ਪ੍ਰਮਾਤਮਾ ਨੇ ਸਿੱਧਾ ਸੰਕੇਤ ਦਿੱਤਾ ਇਹਨੂੰ, ਪਰ ਇਹਨੇ ਫਿਰ ਵੀ ਉਸ ਨੂੰ ਨਜ਼ਰਅੰਦਾਜ਼ ਕਰ ਦੇਣਾ। ਪਰਮੇਸ਼ਰ ਦੀ ਜਿਹੜੀ ਕਰਨੀ ਸੀ ਉਹਦੀ ਆਵਾਜ਼ ਆ ਗਈ, ਇਹਨੂੰ ਸੁਣਾਈ ਵੀ ਦੇ ਗਿਆ ਸਭ ਕੁਝ, ਪਰ ਇਹਨੇ ਫਿਰ ਵੀ ਉਸ ਨੂੰ ਨਹੀਂ ਮੰਨਣਾ। ਹਮ ਪਰ ਚਇਓ ਕਰਿਓ ਬਲ ਭਾਰੀ। ਇਹ ਸਾਡੇ ਤੇ ਆਪਣਾ ਬਲ ਕਰਨਾ ਚਾਹੁੰਦਾ, ਸਾਡੇ ਤੇ ਆਪਣਾ ਜ਼ੋਰ ਪਾਉਣਾ ਚਾਹੁੰਦਾ, ਜੋ ਕਦੇ ਨਹੀਂ ਪਵੇਗਾ। ਗੁਰ ਪ੍ਰਸਾਦ ਮਜਬ ਜਿਨ ਧਾਰਾ। ਜਿਨ੍ਹਾਂ ਨੇ ਗੁਰੂ ਦੀ ਕਿਰਪਾ ਨਾਲ, ਸਤਿਗੁਰਾਂ ਦੀ ਦਇਆ ਦੇ ਨਾਲ ਮਜਬ ਧਾਰਿਆ, ਇਹ ਧਰਮ ਧਾਰਨ ਕੀਤਾ। ਮਾਰੇਂਗੇ ਸਭ ਜੁੱਧ ਮਝਾਰਾ। ਉਹ ਮੇਰੇ ਜਿੰਨੇ ਸਿੰਘ ਨੇ ਨਾ, ਮੇਰਾ ਨਿਲੰਬਰ ਧਾਰਾ ਤਬ ਉੱਠੇ ਸਿੰਘ ਭੁਜੰਗੀਏ ਨਿਲੰਬਰ ਧਾਰਾ। ਮੇਰਾ ਇਹ ਜਿਹੜਾ ਖਾਲਸਾ, ਇਹ ਜੰਗ ਦੇ ਮੈਦਾਨ ਦੇ ਵਿੱਚ ਇਹਨਾਂ ਦੀਆਂ ਸੂਰਮਿਆਂ ਨੂੰ, ਫੌਜਾਂ ਨੂੰ ਯੁੱਧ ਕਰਕੇ ਮਾਰੇਗਾ। ਤੁਰਕ ਤੇਜ ਜਗ ਹੋਏ ਬਿਨਾਸੀ। ਇਹਨਾਂ ਜਿਹੜਾ ਤੁਰਕਾਂ ਦਾ ਤਪ ਤੇਜ ਹੈ, ਇਹਦਾ ਵਿਨਾਸ਼ ਹੋਵੇਗਾ, ਨਾਸ਼ ਹੋਵੇਗਾ। ਕਰੇ ਕਿਰਤ ਕੋ ਲੈ ਦੁਖ ਰਾਸੀ। ਔਰ ਇਦਾਂ ਦੇ ਕਿਰਤ ਕਰਕੇ, ਜਿਹੜੀ ਇਹ ਖੋਟੀ ਕਿਰਤ ਕਰ ਰਿਹਾ ਔਰੰਗਾ, ਇਹਦੇ ਅੱਗੇ ਜਿਹੜੇ ਅਨਿਆਈ ਨੇ ਉਹ ਕਰਨਗੇ, ਇਹਨਾਂ ਦਾ ਭਾਰੀ ਦੁੱਖ ਇਹਨਾਂ ਨੂੰ ਪ੍ਰਾਪਤ ਹੋਵੇਗਾ। ਤਜੈ ਕਲੇਵਰ ਹਮ ਜਿਸ ਬੇਰ। ਬਾਦਸ਼ਾਹ ਕਹਿਣ ਲੱਗੇ, ਜਦੋਂ ਅਸੀਂ ਆਪਣਾ ਇਹ ਸਰੀਰ ਤਿਆਗ ਕੇ ਜੋਤੀ ਜੋਤ ਸਮਾਵਾਂਗੇ, ਬੀਤੈ ਬਰਖ 43 ਕੇਰ। ਸਾਡੇ ਸਰੀਰ ਤਿਆਗਣ ਤੋਂ ਬਾਅਦ ਤਕਰੀਬਨ 43 ਸਾਲ ਬਾਅਦ ਝਾੜ ਝਾੜ ਮੈਂ ਸਿੰਘ ਉੱਠੇ। ਇਹ ਖਾਲਸੇ ਦਾ ਬੜਾ ਔਖਾ ਵੇਲਾ ਸੀ। ਪਾਤਸ਼ਾਹ ਕਹਿੰਦਾ, ਝਾੜ ਝਾੜ ਚੋਂ ਸਿੰਘ ਪੈਦਾ ਹੋਣਗੇ। ਜਦੋਂ ਅਸੀਂ ਸਰੀਰ ਤਿਆਗਾਂਗੇ, ਸਾਡੇ ਸਰੀਰ ਤਿਆਗਣ ਤੋਂ ਤਕਰੀਬਨ 43 ਵਰੇ ਬਾਅਦ ਮਹਾਰਾਜ ਜੀ ਕਹਿੰਦੇ ਝਾੜ ਝਾੜ ਚੋਂ ਸਿੰਘ ਪੈਦਾ ਹੋਣਗੇ। ਜਥੇਦਾਰ ਨਵਾਬ ਕਪੂਰ ਸਿੰਘ ਜੀ ਜੰਗਲਾਂ ਵਿੱਚ ਹੀ ਉਦੋਂ ਖਾਲਸਾ ਜੀ ਅੰਮ੍ਰਿਤ ਸੰਚਾਰ ਹੁੰਦਾ ਸੀ, ਤੇ ਨਵਾਬ ਕਪੂਰ ਸਿੰਘ ਸਾਹਿਬ ਜੀ ਨੇ ਜਦੋਂ ਪੌਲ ਤਿਆਰ ਕਰਕੇ ਸਿੰਘਾਂ ਨੂੰ ਛਕਾਉਣੀ, ਤੇ ਸਭ ਨੂੰ ਪੌਲ ਛਕਾ ਕੇ ਜਿਹੜਾ ਜਲ ਥੋੜਾ ਜਿਹਾ ਬਚ ਜਾਣਾ ਨਾ, ਪਿੱਛੇ ਬਾਟੇ ਵਿੱਚ ਖੰਡੇ ਦੀ ਪੌਲ ਬਚ ਜਾਣੀ, ਤੇ ਨਵਾਬ ਕਪੂਰ ਸਿੰਘ ਹੋਣਾ ਨੇ ਨਾ ਇਦਾਂ ਜੰਗਲ ਵਿੱਚ ਝਾੜ ਹੋਣੇ ਉੱਤੇ, ਉਹ ਜਲ ਦਾ ਨਾ ਇਦਾਂ ਛਿੱਟਾ ਮਾਰਨਾ। ਸਿੰਘਾਂ ਨੇ ਪੁੱਛਣਾ, ਨਵਾਬ ਜੀ ਇਹ ਕੀ ਕਰਦੇ ਜੇ? ਕਹਿਣ ਲੱਗੇ, ਖਾਲਸਾ ਜੀ ਇਹਨਾਂ ਝਾੜਾਂ ਦੇ ਵਿੱਚੋਂ ਆਉਣ ਵਾਲੇ ਸਮੇਂ 'ਚ ਸਿੰਘਾਂ ਨੇ ਪੈਦਾ ਹੋਣਾ ਨਿਲੰਬਰ ਧਾਰਨ ਕਰਕੇ। ਇਹ ਬੀਜ ਬੀਜਿਆ ਜਾ ਰਿਹਾ ਖਾਲਸੇ ਦਾ। ਕਲਗੀਧਰ ਸਵਾਮੀ ਜੀ ਕਰ ਰਹੇ ਨੇ ਬਚਨ। ਤੁਸੀਂ ਹੈਰਾਨ ਹੋਵੋਗੇ ਸਿੱਖ ਇਤਿਹਾਸ ਨੂੰ ਵਾਚਦਿਆਂ, ਜਦੋਂ ਵੀ ਕਿਤੇ ਸਿੰਘ ਲੜੇ ਨੇ 2-4 ਜੰਗ ਸ਼ੁਰੂ ਕਰਦੇ ਸਨ, ਲੜਨ ਵੇਲੇ 2-4 ਸ਼ੁਰੂ ਹੁੰਦੇ ਸਨ, ਅਚਾਨਕ 15, 20, 50 ਫੇਰ ਉੱਥੇ ਪਹੁੰਚ ਜਾਂਦੇ ਸੀ। ਉਹ ਕਿੱਥੋਂ ਆ ਜਾਂਦੇ ਸਨ? ਕਿੱਧਰੋਂ ਨਿਕਲ ਆਉਂਦੇ ਸਨ? ਝਾੜਾਂ ਚੋਂ। ਕਹਿੰਦੇ ਮਹਾਰਾਜ ਗੁਰੂ ਕਲਗੀਧਰ ਦਾ ਪ੍ਰਤਾਪ ਸੀ, ਜਿਹੜਾ ਬਚਨ ਗੁਰਦੇਵ ਨੇ ਕੀਤਾ, ਉਹਨਾਂ ਬਚਨਾਂ ਦਾ ਪ੍ਰਤਾਪ ਸੀ। ਤਬ ਉੱਠੇ ਸਿੰਘ ਭੁਜੰਗੀਏ ਨੇ ਲੰਭਰ ਧਾਰਾ। ਮਹਾਰਾਜ ਜੀ ਕਹਿੰਦੇ, ਝਾੜ ਝਾੜ ਮੈਂ ਸਿੰਘ ਉਠੇ ਹੈ। ਝਾੜ ਝਾੜ ਦੇ ਵਿੱਚ ਉੱਠਣਗੇ। ਪਲੇ ਪੜੋਸੇ ਇਨ ਮੈਂ ਆਵਾਂ। ਕਹਿੰਦੇ ਪਾਲੇ ਪੜਾਸੇ ਇਹ ਨੇ ਵੀ ਇਹਨਾਂ ਨੂੰ ਪੈਦਾ ਕਰਨੇ ਪੈਣੇ। ਪਲੇ ਪੜਾਈ ਆਉਂਦੇ ਆ ਇਹਨਾਂ ਵਿੱਚ, ਖਾਲਸੇ ਵਿੱਚ ਸੱਜ ਧੱਜ ਕੇ ਆਪੇ ਹੀ ਆ ਕਹਿੰਦੇ ਆ, ਮਹਾਰਾਜ ਸਾਨੂੰ ਸਿੰਘ ਸਜਾ ਲਓ। ਉਹ ਸ਼ਹੀਦੀ ਫੌਜਾਂ ਕਿੱਥੋਂ ਆਉਂਦੀਆਂ? ਅਚਾਨਕ ਹੀ ਆ ਪਹੁੰਚਦੀਆਂ ਨੇ। ਇਹ ਖਾਲਸਾ ਜੀ ਸਿੰਘਾਂ ਦੀ ਆਸਥਾ ਹੈ, ਸ਼ਰਧਾ ਹੈ। ਔਰ ਜਿਹੜਾ ਇਤਿਹਾਸ ਸ਼ਰਧਾ ਲਵਰੇਜ ਹੁੰਦਾ, ਉਹ ਸਿੱਖਾਂ ਦੇ ਵਿੱਚ ਉਤਸ਼ਾਹ ਭਰਦਾ, ਸਿੱਖਾਂ ਪ੍ਰਤੀ ਜਜ਼ਬਾਤ ਪੈਦਾ ਕਰਦਾ, ਸਿੱਖ ਧਰਮ ਪ੍ਰਤੀ ਭਰੋਸਾ ਪੈਦਾ ਕਰਦਾ, ਗੁਰੂ ਪ੍ਰਤੀ ਭਰੋਸਾ ਪੈਦਾ ਕਰਦਾ। ਜਿਹੜਾ ਇਤਿਹਾਸ ਕੇਵਲ ਦਿਮਾਗ ਦੇ ਤਲ ਤੇ ਲਿਖਿਆ ਜਾਂਦਾ, ਸ਼ਰਧਾ ਵਿਹੂਣਾ ਹੋ ਕੇ, ਉਹਨਾਂ ਨੇ ਕੇਵਲ ਤੱਥ ਵੇਖਣੇ ਹੁੰਦੇ ਨੇ, ਮੌਕੇ ਦੀਆਂ ਪਰਿਸਥਿਤੀਆਂ ਵੇਖ ਕੇ ਉਹਦੇ ਮੁਤਾਬਕ ਹੀ ਲਿਖਣਾ ਹੁੰਦਾ। ਪਰ ਜਿਹੜਾ ਸਿੱਖ ਇਤਿਹਾਸ ਸ਼ਰਧਾ ਸਹਿਤ ਲਿਖਿਆ ਗਿਆ ਹੈ, ਉਸ ਸਿੱਖ ਇਤਿਹਾਸ ਦੇ ਵਿੱਚ ਗੁਰੂ ਪ੍ਰਤੀ ਪ੍ਰੇਮ, ਵਿਸ਼ਵਾਸ, ਭਰੋਸਾ, ਅਕੀਦਾ ਜਿਹੜਾ ਉਹ ਵਿਖਾਇਆ ਜਾਂਦਾ ਹੈ। ਤੋ ਮਹਾਰਾਜ ਜੀ ਦੱਸ ਰਹੇ ਨੇ, ਕਹਿੰਦੇ ਝਾੜ ਝਾੜ ਮੈਂ ਸਿੰਘ ਉਠੇ ਹੈ।
ਝਾੜ ਝਾੜ ਚੋਂ ਸਿੰਘ ਪੈਦਾ ਹੋਣਗੇ। ਜਿਤ ਕਿਤ ਸੰਗਰ ਭੀਮ ਮਚੇ ਜਿੱਧਰ ਕਿੱਧਰ ਭਿਆਨਕ ਸੰਗਰ ਹੋਵੇਗਾ, ਸਿੰਘਾਂ ਦੇ ਜੰਗ ਯੁੱਧ ਹੋਣਗੇ ਨਾ ਮਲੇਛਾਂ ਦੇ ਨਾਲ। ਲੂਟਤ ਕੂਟਤ ਮਾਰਤ ਮਰੈ ਲੁੱਟਦਿਆਂ ਕੁੱਟਦਿਆਂ ਮਾਰਦਿਆਂ ਮਰਨਗੇ। ਸੀਸ ਅੰਤ ਗਿਣਤੀ ਕੋ ਕਰੈ ਕਿੰਨੇ ਕੁ ਸੀਸ ਮੇਰੇ ਸਿੰਘ ਇਸ ਸਿੱਖੀ ਦੇ ਮਹੱਲ ਨੂੰ ਉਸਾਰਨ ਵਾਸਤੇ ਲਾਉਣਗੇ, ਉਹਨਾਂ ਸਿਰਾਂ ਦੀ ਗਿਣਤੀ ਨਹੀਂ ਹੋਣੀ। ਕਿੰਨੇ ਕੁ ਸਿਰ ਸਿੱਖੀ ਦੇ, ਗੁਰੂ ਨਾਨਕ ਦੀ ਇਸ ਸਿੱਖੀ ਦੇ ਮਹੱਲ ਨੂੰ ਉਸਾਰਨ ਲਈ ਆਪਣੇ ਸਿਰ ਇਸ ਨੀਹਾਂ ਦੇ ਥੱਲੇ ਰੱਖਣਗੇ, ਉਹਨਾਂ ਸਿਰਾਂ ਦੀ ਗਿਣਤੀ ਨਹੀਂ। ਜਬੋਂ 18 ਸਹਿ ਹੋਏ ਪੂਰੇ ਤਾਂ ਜਦੋਂ 1800 ਪੂਰਾ ਹੋ ਜਾਏਗਾ ਸੰਮਤ ਬਿਕਰਮੀ, ਲੁਟੈ ਗ੍ਰਾਮਪੁਰ ਦੂਰੇ ਦੂਰੇ ਉਦੋਂ ਖਾਲਸਾ ਦੂਰ ਦੂਰ ਤੱਕ ਮਾਰ ਕਰੇਗਾ। ਉਧਰ ਪਾਣੀਪਤ ਤੋਂ ਅੱਗੇ ਮਥੁਰਾ ਤੱਕ ਜਾ ਕੇ ਖਾਲਸੇ ਦਾ ਬੋਲਬਾਲਾ ਹੋਵੇਗਾ। ਮਥੁਰਾ ਤੱਕ, ਉਧਰ ਮੇਰਠ ਤੱਕ ਯੂਪੀ ਦੇ ਇਲਾਕੇ ਦੇ ਵਿੱਚ ਕਹਿੰਦੇ ਮੇਰੇ ਖਾਲਸੇ ਦਾ ਦੂਰ ਦੂਰ ਤੱਕ ਤੇਜ ਪ੍ਰਤਾਪ ਵਧੇਗਾ। 40 ਬਰਖ ਬੀਤੇ ਹਮ ਪਾਛੇ ਇਸੇ ਤਰ੍ਹਾਂ 40 ਬਰਖ ਬੀਤਿਆਂ ਸਾਡੇ ਪਿੱਛੋਂ। ਪਸ਼ਚਮ ਦਿਸ਼ ਕੇ ਆਵਨ ਬਾਛੇ ਫਿਰ ਉਧਰੋਂ ਪੱਛਮ ਦਿਸ਼ਾ ਵਿੱਚੋਂ ਕੁਝ ਜਰਵਾਣੇ ਉਹ ਹਿੰਦੁਸਤਾਨ ਤੇ ਚੜ ਕੇ ਆਉਣਗੇ। ਇਸ਼ਾਰਾ ਨਾਦਰ ਤੇ ਅਬਦਾਲੀ ਵੱਲ ਹੋ ਰਿਹਾ ਹੈ। ਪਾਤਸ਼ਾਹ ਕਹਿੰਦੇ ਨਾਦਰ ਆਵੇਗਾ ਉਧਰੋਂ, ਫਿਰ ਹਿੰਦੁਸਤਾਨ ਤੇ ਚੜ੍ਹਾਈ ਕਰਕੇ ਹਮਲਾ ਕਰਕੇ। ਜਵਨ ਕੰਧਾਰੀ ਆਵੇਂ ਜਾਈ ਕੰਧਾਰੀ ਯਮਨ ਆਉਣਗੇ ਜਾਣਗੇ, ਕਈ ਵਾਰੀ ਆ ਕੇ ਦੇਸ਼ ਨੂੰ ਲੁੱਟਣਗੇ। ਉਜਰੇ ਕਨੇ ਦੇਸ਼ ਦੁਖ ਪਾਏ ਔਰ ਬਹੁਤ ਸਾਰਿਆਂ ਦੇਸ਼ਾਂ ਨੂੰ ਉਜਾੜਨਗੇ, ਬਹੁਤ ਸਾਰੇ ਰਾਜ ਨੂੰ ਉਜਾੜ ਕੇ ਬਹੁਤ ਸਾਰੇ ਦੁੱਖ ਦੇਣਗੇ। 1900 ਸੰਮਤ ਜਬ ਹੋਏ ਜਦੋਂ 1900 ਸੰਮਤ ਬਿਕਰਮੀ ਪੂਰਾ ਹੋ ਜਾਵੇਗਾ, ਜੀਵੇਂ ਤੁਰਕ ਰਾਜ ਸਭ ਖੋਏ ਉਦੋਂ ਤੱਕ ਇਹਨਾਂ ਦਾ ਇੱਕ ਨਾਂ ਦਾ ਹੀ ਬਾਦਸ਼ਾਹ ਰਹਿ ਜਾਏਗਾ, ਮੁਗਲਾਂ ਦਾ ਬਹਾਦਰ ਸ਼ਾਹ ਜ਼ਫਰ। ਇਹ ਮੁਗਲਾਂ ਦਾ ਹਿੰਦੁਸਤਾਨ ਦਾ ਅਖੀਰਲਾ ਬਾਦਸ਼ਾਹ ਸੀ। ਇਹ ਮੁੜ ਕੇ ਸਟੈਂਪ ਹੀ ਰੱਖੀ ਰਬੜ ਦੀ ਅੰਗਰੇਜ਼ਾਂ ਨੇ, ਰਾਜ ਆਪ ਕਰਦੇ ਸੀ, ਇਹਨੂੰ ਤਨਖਾਹ ਦੇ ਕੇ ਰੱਖ ਛੱਡਿਆ ਵੀ ਤੂੰ ਬਹਿ ਕੇ ਕਵਿਤਾਵਾਂ ਉਚਾਰਨ ਕਰੀ ਜਾਇਆ ਕਰ। ਪਾਤਸ਼ਾਹ ਕਹਿੰਦੇ ਉਦੋਂ ਤੱਕ ਬਹਾਦਰ ਸ਼ਾਹ ਜ਼ਫਰ ਤੱਕ 1900 ਸੰਮਤ ਬਿਕਰਮੀ ਦੇ ਵਿੱਚ ਇਹਨਾਂ ਦਾ ਤਕਰੀਬਨ ਸਾਰਾ ਹੀ ਰਾਜ ਜਿਹੜਾ ਹੈ ਉਹ ਸਮਾਪਤ ਹੋ ਜਾਵੇਗਾ। ਯਾਨੀ ਕਿ 1843 ਈਸਵੀ ਬਣਦਾ ਹੈ ਤੇ 1900 ਸੰਮਤ ਬਿਕਰਮੀ ਬਣਦਾ ਹੈ, ਜਦੋਂ ਇਹਨਾਂ ਦਾ ਅਖੀਰਲਾ ਬਾਦਸ਼ਾਹ ਬਹਾਦਰ ਸ਼ਾਹ ਜ਼ਫਰ ਜਿਉਂਦਾ ਸੀ। ਰਾਜ ਸਵਾਰਾ ਗਵਾਚ ਚੁੱਕਾ ਸੀ। ਦਿੱਲੀ ਵਿੱਚ ਉਹ ਕੇਵਲ 9 ਤਰੀਕ ਹੀ ਬਾਦਸ਼ਾਹ ਸੀ। ਹਕੂਮਤ ਸਾਰੀ ਲਗਭਗ ਅੰਗਰੇਜ਼ਾਂ ਦੇ ਹੱਥ ਆ ਚੁੱਕੀ ਸੀ। ਉਹਦਾ ਜ਼ਿਕਰ ਗੁਰੂ ਕਲਗੀਧਰ ਪਾਤਸ਼ਾਹ ਜੀ ਕਰ ਰਹੇ ਨੇ। ਮਾਰ ਕੂਟ ਪੂਰਬ ਤੇ ਤਾਵੇਂ ਖਾਲਸਾ ਜੀ ਇਹ ਬਚਨ ਗੁਰਦੇਵ ਜੀ 1700 ਈਸਵੀ ਵਿੱਚ ਕਰ ਰਹੇ ਨੇ ਤੇ ਬਚਨ ਜਿਹੜੇ 200 ਸਾਲ ਬਾਅਦ ਹੋਣੇ ਨੇ। 200 ਸਾਲ ਬਾਅਦ ਜਿਹੜੀ ਪ੍ਰਸਥਿਤੀ ਹੋਣੀ ਹੈ ਉਹ ਮਹਾਰਾਜ ਜੀ 1700 ਚ ਦੱਸ ਰਹੇ ਨੇ ਤੇ 1900 ਵਿੱਚ ਮਹਾਰਾਜ ਜੀ ਕਹਿੰਦੇ ਇਹਨਾਂ ਦਾ ਰਾਜ ਖਤਮ ਹੋਣਾ। ਐਨ ਐਗਜ਼ੈਕਟ ਪੂਰੀ ਉਹੀ ਤਰੀਕ ਉਦਾਂ ਹੀ ਸਮਾਂ ਬਣਦਾ ਹੈ। ਇਹ ਗੁਰਦੇਵ ਨੇ ਭਵਿੱਖਤ ਬਚਨ ਕੀਤੇ ਹਨ। ਤੇ ਹਾਂਜੀ ਦੁਬਾਰਾ ਪੜੋ ਜੀ। ਮਾਰ ਕੂਟ ਪੂਰਬ ਤੇ ਤਾਵੇਂ ਕਹਿੰਦੇ ਉਧਰ ਪੂਰਬ ਵਾਲੇ ਪਾਸੇ ਤੱਕ ਮਾਰ ਕੁੱਟ ਕੇ ਜਾਣਗੇ। ਸੈਨ ਪਿਆਦੀ ਈਸੈ ਆਵੇ ਇਹ ਜਿਹੜੀ ਈਸ਼ਾ ਦੀ ਫੌਜ ਹੈ ਨਾ, ਈਸਾ ਦੀ, ਕਿਉਂਕਿ ਅੰਗਰੇਜ਼ ਈਸਾਈ ਨਾ, ਈਸਾ ਨੂੰ ਮੰਨਣ ਵਾਲੇ, ਇਹ ਫੌਜ ਆਵੇਗੀ ਉਧਰੋਂ ਪੂਰਬ ਵਾਲੇ ਪਾਸਿਓਂ ਇੱਧਰ ਨੂੰ ਚੜ੍ਹਦੀ ਹੋਈ। ਲੈ ਖਾਲਸਾ ਆਪਨ ਫੂਟ ਇੱਧਰ ਖਾਲਸਾ ਵੀ ਫੁੱਟ ਗਿਆ ਹੋਵੇਗਾ, ਖਾਲਸੇ ਵਿੱਚ ਵੀ ਫੁੱਟ, ਕਿਉਂਕਿ ਇੱਧਰ ਦੀਆਂ ਜਿਹੜੀਆਂ ਰਿਆਸਤਾਂ ਸਨ ਫੂਲਕਿਆਂ ਦੀਆਂ, ਉਧਰ ਸਿੱਖ ਰਿਆਸਤਾਂ ਮਹਾਰਾਜਾ ਰਣਜੀਤ ਸਿੰਘ, ਇਹ ਸਾਰੀਆਂ ਆਪਸ ਵਿੱਚ ਪਾੜ ਚੁੱਕੀਆਂ ਸਨ। ਮਹਾਰਾਜ ਜੀ ਕਹਿੰਦੇ ਇਹਨਾਂ ਦੀ ਆਪਸੀ ਫੁੱਟ ਕਰਕੇ ਉਹ ਅੰਗਰੇਜ਼ ਕਾਬਜ ਹੋਣਗੇ। ਨਰ ਨਾਰੀ ਕਰ ਸਗਰੇ ਟੂਟ ਸਾਰੇ ਨਰ ਨਾਰੀਆਂ ਦੇ ਘਰ ਟੁੱਟਣਗੇ। ਸ਼ਸਤਰਨ ਛੋਰ ਵਿਪਰਨ ਸਮਰੈ ਫਿਰ ਹੌਲੇ ਹੌਲੇ ਕਰਕੇ ਜਦੋਂ ਇਹਨਾਂ ਦਾ ਰਾਜ ਜਾਏਗਾ, ਇਹ ਸ਼ਸਤਰਾਂ ਨੂੰ ਛੱਡ ਕੇ ਵਿਪਰਨ ਸਮ ਰਹਿਣਗੇ।
ਬੇਮੁਖ ਸਿੱਖ ਤਬੇ ਦੁਖ ਲਏ। ਜਿਹੜੇ ਗੁਰੂ ਘਰ ਤੋਂ ਬੇਮੁਖ ਸਿੱਖ ਹੋਣਗੇ ਉਹਨਾਂ ਨੂੰ ਦੁੱਖ ਭੋਗਣੇ ਪੈਣਗੇ। ਪੰਥ ਰਚਨ ਮੈਂ ਕਾਲ ਹੋਈ। ਕਹਿੰਦੇ ਪੰਥ ਅਸੀਂ ਪਹਿਲਾਂ ਰਚ ਦਿੱਤਾ ਖਾਲਸਾ, ਕਿਤਕ ਬਰਖ ਆਗੇ ਲਖ ਸੋਈ। ਹੁਣ ਇਹ ਰਾਜ ਖਾਲਸੇ ਨੂੰ ਕੁਝ ਸਾਲ ਬਾਅਦ ਵਿੱਚ ਜਾ ਕੇ ਪ੍ਰਾਪਤ ਹੋਣਾ। ਜਾਂ ਤੇ ਸੰਕਟ ਕੋ ਕੁਛ ਪਾਏ। ਕਰਕੇ ਖਾਲਸੇ ਨੂੰ ਕੁਝ ਸੰਕਟ ਸਹਿਣੇ ਪੈਣਗੇ। ਓਏ ਖਾਲਸਾ ਜਾਏ। ਔਰ ਇਸ ਖਾਲਸੇ ਦਾ ਧਰਤੀ ਤੇ ਰਾਜ ਹੋਵੇਗਾ, ਬਿਲਕੁਲ ਨਾਸ਼ ਨਹੀਂ ਹੋਵੇਗਾ ਖਾਲਸੇ ਦਾ। ਆਏ ਕੰਧਾਰੀ ਇੱਕ ਬਲ ਭਾਰੀ। ਫਿਰ ਇੱਕ ਕੰਧਾਰੀ ਆਵੇਗਾ ਬੜਾ ਬਲੀ। ਪਹਿਲਾਂ ਨਾਦਰ ਦਾ ਜ਼ਿਕਰ ਕੀਤਾ, ਹੁਣ ਮਹਾਰਾਜ ਜੀ ਅਬਦਾਲੀ ਵੱਲ ਇਸ਼ਾਰਾ ਕਰਦੇ ਨੇ। ਕਹਿੰਦੇ ਕਿਉਂਕਿ 1803 ਸੰਮਤ ਬਿਕਰਮੀ ਦੇ ਨੇੜੇ ਤੇੜੇ 4 ਦੇ ਵਿੱਚ ਅਬਦਾਲੀ ਨੇ ਹਿੰਦੁਸਤਾਨ ਤੇ ਹਮਲੇ ਕਰਨੇ ਸ਼ੁਰੂ ਕੀਤੇ ਤੇ ਪਾਤਸ਼ਾਹ ਕਹਿੰਦੇ ਫਿਰ ਇੱਕ ਹੋਰ ਕੰਧਾਰੀ ਆਵੇਗਾ ਨਾਦਰ ਤੋਂ ਬਾਅਦ। ਅਬਦਾਲੀ ਵੱਲ ਇਸ਼ਾਰਾ ਕਰਦੇ ਨੇ, ਉਹ ਆ ਕੇ ਬੜੇ ਭਾਰੀ ਸੰਕਟ ਦੇਵੇਗਾ ਮੇਰੇ ਖਾਲਸੇ ਨੂੰ, ਮੇਰੇ ਸਿੰਘਾਂ ਨੂੰ ਬਹੁਤ ਸਾਰੇ ਭਾਰੀ ਕਸ਼ਟ ਦੇਵੇਗਾ। ਸਿੰਘ ਨੇ ਅਨਗਨ ਕੋ ਦੇ ਮਾਰੀ। ਬਹੁਤ ਸਾਰੇ ਅਣਗਿਣਤ ਸਿੰਘਾਂ ਨੂੰ ਮਾਰੇਗਾ। ਯਾਨੀ ਕਿ ਵੱਡਾ ਘੱਲੂਘਾਰਾ ਜਿਹੜਾ ਹੋਇਆ ਅਬਦਾਲੀ ਨੇ ਕੀਤਾ। ਵੱਡੇ ਘੱਲੂਘਾਰੇ ਦਾ ਇਸ਼ਾਰਾ ਮਹਾਰਾਜ ਕਲਗੀਧਰ ਜੀ ਕਰ ਰਹੇ ਨੇ, ਜੋ 1818 ਸੰਮਤ ਬਿਕਰਮੀ ਦੇ ਵਿੱਚ ਹੋਇਆ, ਫਰਵਰੀ ਦੇ ਮਹੀਨੇ 'ਚ। ਛੋਟਾ ਘੱਲੂਘਾਰਾ ਕੋਪਰਹੀਡ ਦੇ ਮੈਦਾਨ ਦੇ ਵਿੱਚ ਜੋ ਕਾਹਨੂੰ ਆਣ ਦੀ ਸਭ ਤੋਂ ਸ਼ੁਰੂ ਹੁੰਦਾ ਹੋਇਆ ਪਰੇ ਨੂੰ ਗਿਆ ਹੈ, ਜਿਹਦੇ ਵਿੱਚ ਲਖਪਤ ਨੇ ਹਜ਼ਾਰਾਂ ਫੌਜਾਂ ਲਿਆ ਕਰਕੇ ਸਿੰਘਾਂ ਤੇ ਹਮਲਾ ਕੀਤਾ ਸੀ। ਜਿਹੜਾ ਇਹ ਫਰਵਰੀ ਦੇ ਵਿੱਚ ਵੱਡਾ ਘੱਲੂਘਾਰਾ ਹੋਇਆ ਕੋਪਰਹੀਡ ਦੇ ਮੈਦਾਨ 'ਚ, ਇੱਧਰ ਮਲੇਰ ਕੋਟਲੇ ਵਾਲੇ ਇਲਾਕੇ, ਸੈਂਕੜੇ ਪਿੰਡ ਇੱਧਰ ਆਲੇ ਦੁਆਲੇ, ਖਾਲਸਾ ਜੀ ਸਿੰਘਾਂ ਦੇ ਖੂਨ ਦੇ ਨਾਲ ਉਹ ਸਾਰੀ ਧਰਤੀ ਲਾਲ ਹੈ। ਪਾਤਸ਼ਾਹ ਦੱਸ ਰਹੇ ਨੇ, ਕਹਿੰਦੇ ਇੱਕ ਕੰਧਾਰੀ ਆਵੇਗਾ, ਫੇਰ ਅਬਦਾਲੀ ਵੱਲ ਇਸ਼ਾਰਾ ਹੈ, ਉਹ ਆ ਕੇ ਮੇਰੇ ਅਣਗਿਣਤ ਸਿੰਘਾਂ ਨੂੰ ਮਾਰੇਗਾ। ਅਣਗਿਣਤ ਖਾਲਸੇ ਨੂੰ ਬਹੁਤ ਸਾਰੇ ਸਿੰਘਾਂ ਨੂੰ ਸ਼ਹੀਦ ਕਰੇਗਾ। ਵੱਡਾ ਘੱਲੂਘਾਰਾ ਹੋਵੇਗਾ, ਪਰ ਸਿੰਘ ਫਿਰ ਵੀ ਚੜ੍ਹਦੀ ਕਲਾ 'ਚ ਹੀ ਰਹਿਣਗੇ। 30,000 ਤੋਂ ਵੀ ਵੱਧ ਸਿੰਘ ਸਿੰਘਣੀਆਂ ਬੱਚੇ ਇਸ ਵੱਡੇ ਘੱਲੂਘਾਰੇ ਦੇ ਵਿੱਚ ਸ਼ਹੀਦ ਹੋਏ ਸਨ। ਗੁਰਦੇਵ ਜੀ ਉਹ ਕੁਝ ਭਵਿੱਖਤ ਬਚਨ ਦੱਸ ਰਹੇ ਨੇ ਕਿ ਅਬਦਾਲੀ ਫਿਰ ਕਿਵੇਂ ਖਤਮ ਹੋਵੇਗਾ, ਕਿਵੇਂ ਖਾਲਸੇ ਦਾ ਰਾਜ ਹੋਵੇਗਾ। ਉਹ ਸਾਰੇ ਬਚਨ ਮਹਾਰਾਜ ਜੀ ਸਿੰਘਾਂ ਨੂੰ ਸੁਣਾ ਰਹੇ ਨੇ। ਇਹ ਸਾਰੀ ਵਾਰਤਾ ਜਿਹੜੀ ਆਉਣ ਵਾਲੇ ਸਮੇਂ ਵਿੱਚ ਮਹਾਰਾਜ ਜੀ ਦੇ ਜੋਤੀ ਜੋਤ ਸਮਾਵਣ ਤੋਂ ਤਕਰੀਬਨ 8-10 ਦਹਾਕੇ ਬਾਅਦ ਵਿੱਚ ਜਿਹੜੀਆਂ ਘਟਨਾਵਾਂ ਘਟਣੀਆਂ ਨੇ, ਉਹ ਮਹਾਰਾਜ ਜੀ ਖਾਲਸੇ ਨੂੰ ਦੱਸ ਕੇ ਸੁਚੇਤ ਕਰ ਰਹੇ ਨੇ। ਉਹ ਕਥਾ ਸਹਿਜੇ ਸਹਿਜੇ ਪ੍ਰਕਰਣਾ ਸਹਿਤ ਆਪ ਜੀ ਅਗਲਿਆਂ ਪ੍ਰਸੰਗਾਂ 'ਚ ਸਰਵਣ ਕਰੋਗੇ। ਗਰੀਬ ਨਵਾਜ ਸਾਹਿਬ ਜੀ ਦੀ ਪਾਵਨ ਅੰਮ੍ਰਿਤ ਕਥਾ ਹੈ। ਕਥਨ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ 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 ਵਾਹਿਗੁਰੂ। हे अच्युत हे पार ब्रह्म हे पूरन हे सर्वमय हे संगी हे निरंकार हे गोविंद हे गुण निधान हे अपरंपर हर हरे हे संत क सदा संग
ਹੇ ਠਾਕੁਰ ਹੋ ਦਾਸਰੋ, ਨਾਨਕ ਦੀਜੈ ਨਾਮ ਦਾਨ। ਆਏ ਪ੍ਰਭ ਸ਼ਰਣਾਗਤੀ, ਕਿਰਪਾ ਨਿਧ ਦਿਆਲ। ਏਕ ਅੱਖਰ ਹਰ ਮਨ ਬਸਤ, ਨਾਨਕ ਓਤ ਨਿਆਲ। ਗੁਰੂ ਨਾਮ ਜਹਾਜ ਹੈ, ਚੜੇ ਸੋਤਰੇ ਪਾਰ। ਜੋ ਸ਼ਰਧਾ ਕਰ ਸੇਵੰਦੇ, ਗੁਰ ਪਾਰੇ ਉਤਾਰਨ ਹਾਰ। ਵਾਹਿਗੁਰੂ ਨਾਮ ਜਹਾਜ ਹੈ, ਚੜੇ ਸੋਤਰੇ ਪਾਰ। ਜੋ ਸ਼ਰਧਾ ਕਰ ਸੇਵੰਦੇ, ਗੁਰ ਪਾਰੇ ਉਤਾਰਨ ਹਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।